ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ 31 ਜੁਲਾਈ 1940 ਨੂੰ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਫਾਂਸੀ ਦਿੱਤੀ ਗਈ। ਊਧਮ ਸਿੰਘ ਇੱਕ ਐਸਾ ਨਾਂ ਹੈ ਜਿਹੜਾ ਉਹਨਾਂ ਦਿਲਾਂ ਨੂੰ ਮਜ਼ਬੂਤ ਤਾਕਤ ਬਖਸ਼ਦਾ ਹੈ ਜਿਹੜੇ ਢੇਰੀ ਢਾਹ ਕੇ ਬੈਠ ਜਾਂਦੇ ਨੇ ਕਿ ਜ਼ਾਲਮ ਕੁਝ ਵੀ ਕਰਦਾ ਰਹੇ, ਅਸੀਂ ਇਸ ਦਾ ਕੁਝ ਵਿਗਾੜ ਨਹੀਂ ਸਕਦੇ। ਊਧਮ ਸਿੰਘ ਉਹ ਨਾਂ ਹੈ ਜਿਹੜਾ 1919 ਤੋਂ ਲੈ ਕੇ 1940 ਤੱਕ ਦੇ ਵਕਫੇ ਦੇ ਦੌਰਾਨ ਆਪਣੇ ਪ੍ਰਣ ਤੋਂ ਟਸ ਤੋਂ ਮਸ ਨਹੀਂ ਹੋਇਆ ਤੇ ਜਿਸ ਨੇ ਜ਼ਾਲਮ ਨੂੰ ਸੋਧ ਕੇ ਇਤਿਹਾਸ ਕਾਇਮ ਕੀਤਾ ਕਿ ਜ਼ੁਲਮ ਕਰਨ ਵਾਲਾ ਕਿਤੇ ਵੀ ਚਲਿਆ ਜਾਏ ਉਸ ਜ਼ਾਲਮ ਨੂੰ ਉਹ ਛੱਡਦੇ ਨਹੀਂ ਜਿਨ੍ਹਾਂ ਦੇ ਅੰਦਰ ਇਹ ਚਿਣਗ ਹੁੰਦੀ ਹੈ। ਊਧਮ ਸਿੰਘ ਉਹਨਾਂ ਯੋਧਿਆਂ ਦਾ ਪ੍ਰਤੀਕ ਹੈ ਜਿਹੜੇ ਮੱਧਕਾਲ ਦੇ ਬਹਾਦਰ ਯੋਧੇ ਕਿਸੇ ਸਮੇਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਏ ਸੁੱਖਾ ਸਿੰਘ, ਮਹਿਤਾਬ ਸਿੰਘ। ਊਧਮ ਸਿੰਘ ਬੋਤਾ ਸਿੰਘ, ਗਰਚਾ ਸਿੰਘ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਚੁਣੌਤੀ ਦਿੱਤੀ ਜ਼ੁਲਮ ਨੂੰ। ਊਧਮ ਸਿੰਘ ਦਸ਼ਮੇਸ਼ ਪਿਤਾ ਦੇ ਉਹਨਾਂ ਫਰਜ਼ੰਦਾਂ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਹਮੇਸ਼ਾ ਹਿੱਕ ਤਾਣ ਕੇ ਜ਼ੁਲਮ ਦੇ ਖਿਲਾਫ ਲੜਾਈ ਲੜੀ। ਤੇ ਊਧਮ ਸਿੰਘ ਜਿਸ ਨੇ ਕਿ ਆਪਣੇ ਜੀਵਨ ਦਾ ਆਰੰਭ ਯਤੀਮਖਾਨੇ ਤੋਂ ਕਰਕੇ ਮਨੁੱਖੀ ਸੇਵਾ ਦਾ ਦਰਦ ਮਹਿਸੂਸ ਕੀਤਾ, ਪਰ ਅਖੀਰ ਨੂੰ ਜਾ ਕੇ ਜ਼ਾਲਮ ਨੂੰ ਜਿਹੜਾ ਉਸ ਦੇ ਟਿਕਾਣੇ 'ਤੇ ਸੋਧਿਆ। ਅੱਜ ਉਸ ਮਹਾਨ ਯੋਧੇ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਖਾਸ ਕਰਕੇ ਪੇਸ਼ ਕਰ ਰਹੇ ਹਾਂ, ਜਿਸ ਦੇ ਵਿੱਚ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ ਮੰਚ ਮੁਹੱਈਆ ਕਰਨ ਲਈ। ਊਧਮ ਸਿੰਘ ਨੂੰ ਦੇ ਸ਼ਹਾਦਤ ਦੇ ਇਸ ਮੌਕੇ 'ਤੇ ਉਹਨਾਂ ਨੂੰ ਸਲਾਮ ਕਰਨੀ ਬਣਦੀ ਹੈ। ਜੀ ਬਿਲਕੁਲ ਜੀ, ਜਦੋਂ ਅਸੀਂ ਆਪਣੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਕਈ ਵਾਰ ਇਹ ਮਹਿਸੂਸ ਹੁੰਦਾ ਕਿ ਕਿੱਡਾ ਫਖਰ ਹੈ, ਕਿੱਡਾ ਉਸ 'ਤੇ ਮਾਣ ਮਹਿਸੂਸ ਹੁੰਦਾ ਕਿ ਜ਼ੁਲਮ ਨਾਲ ਸਮਝੌਤਾ ਨਹੀਂ ਕਰਨਾ, ਸ਼ਹੀਦੀਆਂ ਦੇਣੀਆਂ ਮਨਜ਼ੂਰ ਨੇ। ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਇਸ ਗੱਲ ਦੀ ਮਿਸਾਲ ਨੇ। ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਜ਼ਾਲਮ ਨੂੰ ਬਾਅਦ ਦੇ ਵਿੱਚੋਂ ਉਸ ਤੋਂ ਬਾਅਦ ਸਜ਼ਾਵਾਂ ਮਿਲੀਆਂ, ਇਤਿਹਾਸ ਉਸ ਦਾ ਵੇਰਵਾ ਦਿੰਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਸੇ ਦਾ ਪੰਨਾ ਹੈ। ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਸ਼ਹਾਦਤ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਸਮੇਂ-ਸਮੇਂ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਯੋਧੇ ਸੂਰਮੇ ਪੈਦਾ ਹੋਏ ਤਾਂ ਉਹਨਾਂ ਇਤਿਹਾਸਿਕ ਪੰਨਿਆਂ 'ਤੇ ਅੰਕਿਤ ਨਾਮਾਂ ਨੂੰ ਅਸੀਂ ਸਤਿਕਾਰਦੇ ਹਾਂ। ਪਰ 20ਵੀਂ ਸਦੀ ਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਤਾਂ ਊਧਮ ਸਿੰਘ ਐਸੀ ਮਿਸਾਲ ਹੈ, ਵਾਹਦ ਐਸੀ ਮਿਸਾਲ ਹੈ ਕਿ 21 ਸਾਲ ਬਾਅਦ ਜਿਹੜੇ ਕਿ ਜ਼ੁਲਮ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਟਿਕਾਣੇ 'ਤੇ ਜਾ ਕੇ ਸੋਧਣਾ, ਐਸੀ ਮਿਸਾਲ ਮਿਲਣੀ ਕਠਿਨ ਹੈ। ਪਰ ਊਧਮ ਸਿੰਘ ਦਾ ਇਹ ਨਾਂ ਸਾਡੇ ਘਰਾਂ ਦੇ ਵਿੱਚ ਬੱਚਿਆਂ 'ਤੇ ਜ਼ੁਬਾਨਾਂ 'ਤੇ ਕਿਉਂ ਨਹੀਂ ਆ ਰਿਹਾ, ਇਹ ਇੱਕ ਸੋਚਣ ਦਾ ਵਿਸ਼ਾ ਹੈ। ਤੇ ਅੱਜ ਦੇ ਸਮੇਂ ਊਧਮ ਸਿੰਘ ਦੀ ਸ਼ਹਾਦਤ ਦਾ ਪ੍ਰਸੰਗਤਾ ਕੀ ਹੈ, ਕੀ ਮਹੱਤਵ ਹੈ, ਉਸ 'ਤੇ ਵੀ ਅੱਜ ਗੱਲਬਾਤ ਕਰਾਂਗੇ। ਬਿਲਕੁਲ ਗੁਰਿੰਦਰ ਸਿੰਘ ਜੀ, ਇਸ ਤਰ੍ਹਾਂ ਮੈਨੂੰ ਸਬਬ ਨਾਲ ਕੈਕਸ਼ਨ ਹਾਲ ਜਾਣ ਦਾ ਮੌਕਾ ਮਿਲਿਆ। ਮੈਂ ਵੇਖਿਆ ਉਸ ਇਮਾਰਤ ਨੂੰ ਜਿੱਥੇ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਦਾ ਸੌਦਾ ਲਾਇਆ ਸੀ। ਜੀ ਕੁਝ ਗੱਲਾਂ ਜਿਹੜੀਆਂ ਕਰਨ ਵਾਲੀਆਂ ਉਹ ਇਹ ਨੇ ਕਿ ਮਾਈਕਲ ਉਡਵਾਇਰ ਦਾ ਸੌਦਾ ਉਸਨੇ ਕਿਉਂ ਲਾਇਆ ਜੀ, ਔਰ ਮਾਈਕਲ ਉਡਵਾਇਰ ਨੂੰ ਲੈ ਕੇ ਭੁਲੇਖੇ, ਇੱਥੋਂ ਤੱਕ ਕਿ ਊਧਮ ਸਿੰਘ ਦਾ ਜਿਹੜਾ ਯੋਗਦਾਨ ਉਸ ਨੂੰ ਕਿਵੇਂ ਲੋਕ ਘਟਾ ਕੇ ਵੇਖਦੇ ਨੇ। ਇਹ ਸਾਰੀਆਂ ਗੱਲਾਂ ਲੋੜੀਂਦੀਆਂ ਨੇ। ਸੰਖੇਪ ਵਿੱਚ ਗੱਲ ਕਰਨੀ ਹੋਵੇ, ਊਧਮ ਸਿੰਘ ਦਾ ਜਨਮ ਸੁਨਾਮ 'ਚ ਹੋਇਆ ਸੀ ਜੀ 1899 ਵਿੱਚ ਜੀ, ਕਮੋਹ ਪਰਿਵਾਰ ਦੇ ਵਿੱਚ ਜੀ। ਔਰ ਪਹਿਲਾਂ ਇਹਨਾਂ ਦਾ ਨਾਂ ਸ਼ੇਰ ਸਿੰਘ ਹੁੰਦਾ ਸੀ। ਛੋਟੀ ਉਮਰ ਹੀ ਇਹਨਾਂ ਦੇ ਮਾਪੇ ਚੱਲ ਵਸੇ ਸੀ। ਇਹਨਾਂ ਨੂੰ ਇਹਨਾਂ ਦੇ ਭਰਾ ਨੂੰ ਜਿਹੜਾ ਅੰਮ੍ਰਿਤਸਰ ਦਾ ਯਤੀਮਖਾਨਾ, ਖਾਲਸਾ ਯਤੀਮਖਾਨਾ, ਉੱਥੇ ਇਹਨਾਂ ਦੀ ਪਰਵਰਿਸ਼ ਹੋਈ ਹੈ। ਔਰ ਮੈਨੂੰ ਉੱਥੇ ਵੀ ਜਾਣ ਦਾ ਮੌਕਾ ਮਿਲਿਆ। ਉਹ ਬਕਾਇਦਾ ਯਤੀਮਖਾਨੇ ਨੇ ਕੁਝ ਯਾਦਾਂ ਉੱਥੇ ਸੰਭਾਲੀਆਂ ਹੋਈਆਂ। ਉਹਨਾਂ ਦਾ ਭਰਾ ਵੀ ਚੱਲ ਵਸਿਆ ਸੀ ਛੋਟੀ ਉਮਰੇ। ਸੋ ਇੱਕ ਤਰੀਕੇ ਨਾਲ ਊਧਮ ਸਿੰਘ ਇਕੱਲਾ ਹੀ ਰਹਿ ਗਿਆ ਸੀ। ਇਹੀ ਦੱਸਿਆ ਜਾਂਦਾ ਕਿ ਅੰਮ੍ਰਿਤ ਪਾਣ ਕਰਕੇ ਊਧਮ ਸਿੰਘ ਜਿਹੜਾ ਹੈ ਨਾਮ ਮਿਲਿਆ। ਬਿਲਕੁਲ। ਸੋ ਜਲਿਆਂਵਾਲੇ ਬਾਗ ਦਾ ਜਿਹੜਾ ਖੂਨੀ ਸਾਕਾ ਅੰਮ੍ਰਿਤਸਰ 'ਚ ਹੋਇਆ, ਉਸਦੇ ਬਹੁਤ ਡੂੰਘਾ ਅਸਰ ਪਿਆ। ਕਿਉਂਕਿ ਤੁਸੀਂ ਵੇਖ ਲਓ ਕਿ ਉਸ ਕਾਂਡ ਦਾ ਅਸਰ ਭਗਤ ਸਿੰਘ ਦੇ ਵੀ ਪਿਆ ਸੀਗਾ, ਸਾਰੇ ਮਤਲਬ ਨੌਜਵਾਨ ਪੀੜ੍ਹੀ 'ਤੇ ਪਿਆ ਸੀ। ਸਬਬ ਨਾਲ ਭਗਤ ਸਿੰਘ ਨੇ ਜਲਿਆਂਵਾਲੇ ਬਾਗ ਤੋਂ ਬਾਅਦ ਜਿਵੇਂ ਜਾ ਕੇ ਖੁੱਲ੍ਹਮ ਖੁੱਲ੍ਹਾ ਤੌਰ 'ਤੇ ਇਨਕਲਾਬੀ ਲਹਿਰਾਂ 'ਚ ਹਿੱਸਾ ਪਾਇਆ, ਬਾਅਦ 'ਚ ਸ਼ਹੀਦ ਹੋਇਆ। ਭਗਤ ਸਿੰਘ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਦਾ ਸੀ, ਔਰ ਇਸੇ ਤਰ੍ਹਾਂ ਊਧਮ ਸਿੰਘ ਭਗਤ ਸਿੰਘ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਦਾ ਸੀ। ਸੋ ਇੱਕ ਲਗਾਤਾਰਤਾ ਜਿਹੜੀ ਹੈ ਉਸ ਦੀ ਨਿਸ਼ਾਨਦੇਹੀ ਕਰਨੀ ਬਹੁਤ ਜ਼ਰੂਰੀ ਹੈ। ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦਾ ਬਾਨੀ, ਔਰ ਭਗਤ ਸਿੰਘ ਨੇ ਉਸੇ ਸੋਚ ਨੂੰ ਅੱਗੇ ਤੋਰਿਆ, ਔਰ ਅਗਾਂਹ ਊਧਮ ਸਿੰਘ ਨੇ ਵੀ ਉਸੇ ਸੋਚ ਨੂੰ ਅੱਗੇ ਤੋਰਦਿਆਂ ਹੋਇਆਂ ਮਾਈਕਲ ਉਡਵਾਇਰ ਨੂੰ ਕਤਲ ਕੀਤਾ। ਸੋ ਗਦਰ ਇਤਿਹਾਸ ਦੀ ਲਗਾਤਾਰਤਾ ਦਾ ਇੱਕ ਹਿੱਸਾ ਹੈ, ਇੱਕ ਉਸਦੀ ਕੜੀ ਹੈ। ਇਹ ਸਮਝਣਾ ਬਹੁਤ ਜ਼ਰੂਰੀ। ਮਾਈਕਲ ਉਡਵਾਇਰ ਨੂੰ ਕਤਲ ਕਿਉਂ ਕੀਤਾ ਗਿਆ? ਲੋਕ ਸਮਝਦੇ ਨੇ ਕਿ ਸ਼ਾਇਦ ਜਿਹੜੀਆਂ ਜਲਿਆਂਵਾਲਾ ਬਾਗ ਦਾ ਸਾਕਾ ਸੀਗਾ ਸਿਰਫ ਨਿਰਾ ਪੂਰਾ ਉਸ ਦਾ ਬਦਲਾ ਲੈਣ ਖਾਤਰ ਕੀਤਾ ਗਿਆ, ਕਿਉਂਕਿ ਜਲਿਆਂਵਾਲੇ ਬਾਗ ਦਾ ਸਾਕਾ ਉਦੋਂ ਹੋਇਆ ਜਦੋਂ ਮਾਈਕਲ ਉਡਵਾਇਰ ਪੰਜਾਬ ਦਾ ਗਵਰਨਰ ਹੁੰਦਾ ਸੀ ਜੀ। ਇਹ ਗੱਲ ਸਹੀ ਹੈ, ਕੋਈ ਗਵਰਨਰ ਹੁੰਦਾ ਸੀ,
ਔਰ ਇਹ ਗੱਲ ਸਹੀ ਹੈ ਕਿ ਉਸ ਦੌਰਾਨ ਜ਼ਾਲਮਾਨਾ ਕਿਸਮ ਦੀਆਂ ਗੱਲਾਂ ਹੋਈਆਂ ਨੇ, ਬਿਲਕੁਲ। ਪਰ ਲੋਕੀ ਇਹ ਭੁੱਲ ਜਾਂਦੇ ਆ ਕਿ ਉਹੀ ਮਾਈਕਲ ਅਡਵਾਇਰ ਗਦਰੀਆਂ ਨੂੰ ਫਾਂਸੀ ਲਾਉਣ ਵਿੱਚ ਸਭ ਤੋਂ ਮੂਹਰੇ ਸੀ। ਉਸ ਦੀ ਨਸਲਵਾਦੀ ਸੋਚ ਸੀ, ਰੇਸਿਸਟ ਸੋਚ ਸੀ। ਉਹ ਸਮਝਦਾ ਸੀ ਕਿ ਬਰਤਾਨਵੀਆਂ ਦਾ ਜਿਹੜਾ ਕਬਜ਼ਾ ਹੈ ਹਿੰਦੁਸਤਾਨ ਤੇ ਉਹ ਬਿਲਕੁਲ ਜਾਇਜ਼ ਹੈ, ਭਾਰਤੀਆਂ ਨੂੰ ਟਿੱਚ ਜਾਣਦਾ ਸੀ ਉਹ। ਸੋ ਮਾਈਕਲ ਅਡਵਾਇਰ ਨੂੰ ਜਦੋਂ ਕਤਲ ਕੀਤਾ ਊਧਮ ਸਿੰਘ ਨੇ, ਉਹ ਨਿਰਾਪੁਰਾ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਨਹੀਂ ਸੀਗਾ, ਗਦਰ ਇਤਿਹਾਸ ਦਾ ਬਹੁਤ ਵੱਡਾ ਇੱਕ ਅਟੁੱਟ ਹਿੱਸਾ ਜਿਸ ਨੂੰ ਆਪਾਂ ਵੱਖਰਾ ਕਰਕੇ ਨਹੀਂ ਵੇਖ ਸਕਦੇ। ਤੁਸੀਂ ਵੇਖੋ ਜਦੋਂ ਊਧਮ ਸਿੰਘ ਜਲਿਆਂਵਾਲੇ ਬਾਗ ਤੋਂ ਪ੍ਰਭਾਵਿਤ ਹੋ ਕੇ ਇਨਕਲਾਬੀ ਰੁਚੀਆਂ 'ਚ ਪੈਦਾ ਹੋਈਆਂ, ਜਦੋਂ ਅਮਰੀਕਾ ਵੀ ਆਇਆ ਆਪਣੀ ਰੋਜ਼ੀ ਰੋਟੀ ਦੀ ਖਾਤਰ, ਅਮਰੀਕਾ ਤੋਂ ਬਾਅਦ ਫਿਰ ਯੂਰਪ ਵੀ ਗਿਆ ਜੀ, ਇਸ ਦੇ ਵਿੱਚ ਵਿਚਾਲੇ ਆਇਰਿਸ਼ ਇਨਕਲਾਬੀਆਂ ਨਾਲ ਵੀ ਸੰਬੰਧ ਉਸਦੇ ਬਣੇ, ਗਦਰੀਆਂ ਦੇ ਸੰਪਰਕ ਵਿੱਚ ਵੀ ਆਇਆ। ਜਦੋਂ ਪਹਿਲੀ ਵਾਰੀ ਗ੍ਰਿਫਤਾਰ ਹੋਇਆ ਉਸਦੇ ਕੋਲੋਂ ਕੋਈ ਗਦਰ ਪਰਚੇ ਵੀ ਨਿਕਲੇ ਸੀਗੇ, ਜਿਹੜੇ ਇਸ ਗੱਲ ਦੇ ਸੂਚਕ ਨੇ ਕਿ ਉਹ ਗਦਰ ਪਾਰਟੀ ਨਾਲ ਵਿਚਾਰਧਾਰਕ ਤੌਰ ਤੇ ਜੁੜਿਆ ਹੋਇਆ ਸੀ। ਸੋ ਮਾਈਕਲ ਅਡਵਾਇਰ ਦਾ ਕਤਲ ਜਿਹੜਾ ਕਰਨ ਪਿੱਛੇ ਕਿ ਲੰਮਾ ਚੌੜਾ ਇਤਿਹਾਸ ਹੈ, ਬੜੇ ਚਿਰ ਤੋਂ ਉਸਦੇ ਨਿਸ਼ਾਨੇ ਤੇ ਸੀ ਕਿ ਮੈਂ ਇਸ ਵਿਅਕਤੀ ਨੂੰ ਫੁੰਡੂੰਗਾ। ਸੋ ਜਿਹੜੇ ਲੋਕ ਕੱਚੀਆਂ ਗੱਲਾਂ ਕਰਦੇ ਨੇ ਜੀ ਉਹਨੇ ਜਜ਼ਬਾਤ 'ਚ ਆ ਕੇ ਇੱਦਾਂ ਕਰਤਾ, ਉਲਾਰ ਹੋ ਕੇ ਕਰਤਾ, ਜਾਂ ਇਹ ਵੇਖਦੇ ਨੇ ਕਿ ਉਸਦੀ ਲਗਾਤਾਰਤਾ ਕੀ ਹੈ, ਪਿੱਠ ਭੂਮੀ ਕਿੰਨੀ ਵਿਸ਼ਾਲ ਹੈ, ਉਸ ਦੇ ਨਾਲ ਉਹਦਾ ਕੀ ਸੰਬੰਧ ਹੈ, ਵਿਚਾਰਧਾਰਕ ਜਿਹੜੀ ਉਸਦੀ ਜਿਹੜੀ ਪਰਵਰਿਸ਼ ਹੋਈ ਹੈ ਜਾਂ ਉਸਦੇ ਵਿਚਾਰ ਪੁੰਗਰੇ ਨੇ, ਉਸ ਦੇ ਬਾਰੇ ਸਹੀ ਤਰੀਕੇ ਨਾਲ ਉਸਦਾ ਮੁਲਾਂਕਣ ਨਹੀਂ ਕੀਤਾ ਗਿਆ। ਮੈਂ ਸਮਝਦਾ ਬਹੁਤ ਵੱਡੀ ਜ਼ਿਆਦਤੀ। ਇੱਕ ਉਸਦਾ ਵੱਡਾ ਕਾਰਨ ਇਹ ਰਿਹਾ ਗੁਰਵਿੰਦਰ ਸਿੰਘ ਜੀ ਕਿ ਲੰਮਾ ਸਮਾਂ ਕਾਂਗਰਸ ਨੇ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਸਿਰਫ ਅਸੀਂ ਹਾਂ ਜਿਹੜੇ ਆਜ਼ਾਦੀ ਲੈ ਕੇ ਆਏ ਮੁਲਕ, ਹਾਂਜੀ, ਬਿਨਾਂ ਖੂਨ ਡੋਲਿਆ। ਸੋ ਪਹਿਲਾਂ ਹੀ ਤੁਸੀਂ ਗਦਰੀਆਂ ਨੂੰ ਬਾਹਰ ਕੱਢਤਾ, ਭਗਤ ਸਿੰਘ ਨੂੰ ਵੀ ਬਾਹਰ ਕੱਢਤਾ, ਊਧਮ ਸਿੰਘ ਦੀ ਜਾਤੀ ਹੋਣੀ ਸੀ ਕਿਉਂਕਿ ਉਹ ਵੀ ਉਸੇ ਰੈਵੋਲੂਸ਼ਨਰੀ ਮੂਵਮੈਂਟ ਦੀ ਕੜੀ ਦਾ ਹਿੱਸਾ। ਫਿਰ ਤੁਸੀਂ ਇਹ ਵੇਖੋਗੇ ਕਿਉਂਕਿ ਉਹ ਆਪ ਕਮੋਹ ਬਰਾਦਰੀ ਤੋਂ ਸੀਗਾ, ਉਹ ਵੀ ਫੈਕਟਰ ਰਿਹਾ ਹੋਊਗਾ। ਹਾਂਜੀ। ਸੋ ਕਈ ਨਾ ਕਈ ਮਤਲਬ ਪੱਖਾਂ ਤੋਂ ਉਸ ਦੇ ਨਾਲ ਜ਼ਿਆਦਤੀਆਂ ਹੋਈਆਂ। ਸਮਾਜ ਗੱਲ ਦੀ ਮੰਗ ਕਰਦਾ ਕਿ ਹੁਣ ਅਸੀਂ ਨਵੇਂ ਸਿਰਿਓਂ ਊਧਮ ਸਿੰਘ ਬਾਰੇ, ਉਸਦੀ ਕੁਰਬਾਨੀਆਂ ਬਾਰੇ ਵਿਚਾਰੀਏ ਜੀ। ਔਰ ਇੱਥੇ ਹੀ ਨਹੀਂ, ਉਸ ਦੇ ਬਾਰੇ ਧਾਰਨਾਵਾਂ ਵੀ ਬੜੀਆਂ ਘੜੀਆਂ ਗਈਆਂ। ਮਿਸਾਲ ਤੌਰ ਤੇ ਇੱਕ ਧਾਰਨਾ ਬੜੀ ਚੱਲਦੀ ਕਿ ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀਗਾ। ਨਾਂ ਉਹਨੇ ਰੱਖਿਆ ਸੀ ਮੁਹੰਮਦ ਸਿੰਘ ਆਜ਼ਾਦ। ਰਾਮ ਨਾਂ ਜਿਹੜਾ ਨਾਂ ਹੈ ਮੱਲੋ ਮੱਲੀ ਵਿੱਚ ਵਾੜਿਆ ਗਿਆ। ਜਿਨ੍ਹਾਂ ਨੇ ਵਾੜਿਆ ਉਹਨਾਂ ਦੀ ਆਜ਼ਾਦੀ ਲੜਾਈ 'ਚ ਕੋਈ ਦੇਣ ਤਾਂ ਹੈ ਨਹੀਂ ਸੀਗੀ। ਜਿਹੜੇ ਅੱਜ ਹਿੰਦੂ ਰਾਸ਼ਟਰ ਬਣਾਉਣ ਦੇ ਤੁਰੇ ਹੋਏ ਭਾਰਤ ਨੂੰ, ਇਹ ਉਹੀ ਲੋਕ ਨੇ। ਮੁਹੰਮਦ ਸਿੰਘ ਆਜ਼ਾਦ ਕਹਿਣ ਨਾਲ ਜਿਹੜਾ ਸੈਕੂਲਰਿਜ਼ਮ ਪ੍ਰਤੀ ਜਿਹੜੀ ਨਿਸ਼ਠਾ ਸੀ ਊਧਮ ਸਿੰਘ ਦੀ ਘੱਟ ਨਹੀਂ ਹੋ ਜਾਂਦੀ, ਜਾਂ ਰਾਮ ਦੇ ਐਡ ਕਰਨ ਨਾਲ ਕੋਈ ਵੱਧ ਨਹੀਂ ਜਾਂਦੀ। ਇਹ ਬੜੀ ਬੇਵਕੂਫਾਨਾ ਕਿਸਮ ਦੀਆਂ ਗੱਲਾਂ ਨੇ ਜਿਹੜੇ ਹਿਸਟਰੀ ਦੇ ਫੈਕਟਸ ਤੋੜ ਮਰੋੜ ਕੇ ਪੇਸ਼ ਕਰਨਾ। ਊਧਮ ਸਿੰਘ ਦੀ ਵਸੀਅਤ ਸੀ ਕਿ ਮੈਂ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਦਾ, ਇਸ ਤੋਂ ਜਿਹੜਾ ਵੀ ਵਿਗਾੜ ਕੇ ਪੇਸ਼ ਕਰੂਗਾ ਮੇਰੇ ਮੱਥੇ ਨਹੀਂ ਲੱਗ ਸਕਦਾ। ਇਹ ਉਹਦੀ ਵਸੀਅਤ ਹੈ। ਸੋ ਕਿਉਂ ਇਸ ਤਰ੍ਹਾਂ ਦਾ ਧਰੋਹ ਹੋ ਰਿਹਾ? ਫਿਰ ਕਿੰਨਾ ਲੰਮਾ ਸਮਾਂ ਲੱਗਾ ਉਹਦੀ ਜਿਹੜੀ ਅਸਥੀਆਂ ਸੀਗੀਆਂ ਉਹਨੂੰ ਲਿਆਉਣ ਲਈ ਭਾਰਤ ਵਿੱਚ। ਸੋ ਮੈਂ ਮਹਿਸੂਸ ਕਰਦਾ ਕਿ ਊਧਮ ਸਿੰਘ ਨਾਲ ਪੈਰ ਤੇ ਜ਼ਿਆਦਤੀ ਹੋਈ ਹੈ। ਪਰ ਗਦਰ ਇਤਿਹਾਸ ਦੇ ਬਾਰੇ ਜਦੋਂ ਹੁਣ ਗੱਲਾਂ ਹੋਣੀ ਸ਼ੁਰੂ ਹੋਈਆਂ, ਉਮੀਦ ਹੈ ਕਿ ਸ਼ਾਇਦ ਆਉਂਦੇ ਸਮਿਆਂ ਦੇ ਵਿੱਚ ਊਧਮ ਸਿੰਘ ਨੂੰ ਉਹ ਬਣਦਾ ਸਥਾਨ ਮਿਲੂਗਾ ਜਿਹੜਾ ਉਹਨੂੰ ਮਿਲਣਾ ਚਾਹੀਦਾ ਸੀ। ਜਿੱਥੇ ਤੱਕ ਉਸ ਦੀ ਲਗਾਤਾਰਤਾ ਦੀ ਤੁਸੀਂ ਗੱਲ ਕੀਤੀ ਹੈ, ਇਹ ਤੋਂ ਆਖਰੀ ਗੱਲ ਤੋਂ ਹੀ ਗੱਲ ਆਰੰਭ ਕਰਦੇ ਹਾਂ, ਉਹ ਹੈ ਉਹਨਾਂ ਦੇ ਨਾਮ ਦੀ ਗੱਲ। ਉਹਨਾਂ ਦੇ ਪਾਸਪੋਰਟ ਇੱਕ ਨਹੀਂ ਕਈ ਸਨ, ਬਿਲਕੁਲ, ਤੇ ਉਹਨਾਂ ਦੇ ਨਾਮ ਵੀ ਕਿਤੇ ਸ਼ੇਰ ਸਿੰਘ, ਕਿਤੇ ਟਹਿਲ ਸਿੰਘ, ਫਰੈਂਕ ਬ੍ਰਾਜ਼ੀਲ, ਬਹੁਤ ਹੈ। ਹਾਂਜੀ, ਬਿਲਕੁਲ। ਤੇ ਖਾਸ ਤੌਰ ਤੇ ਇਹ ਨਾਂ ਜਿਹੜਾ ਕਿ ਸ਼ਾਰਟਕਟ ਉਹਨਾਂ ਦੇ ਸਿਗਨੇਚਰ ਮਿਲਦੇ ਨੇ, ਉੱਥੇ ਲਿਖਿਆ MS ਆਜ਼ਾਦ। MS ਆਜ਼ਾਦ ਅਕਸਰ ਉਹਨਾਂ ਦਾ ਲਿਖਿਆ ਮਿਲਦਾ ਹੈ। ਤੇ ਇੱਥੋਂ ਤੱਕ ਕਿ ਜਿਹੜਾ ਗੁਰਦੁਆਰਾ ਸਾਹਿਬ ਲੰਡਨ, ਉੱਥੇ ਤਸਵੀਰਾਂ ਉਹਨਾਂ ਦੀਆਂ ਕਈ ਉਹ ਵੀ ਜਿਹੜੀਆਂ ਬਾਅਦ 'ਚ ਜ਼ਾਹਰ ਹੋਈਆਂ, ਜਿੱਥੇ ਉਹ ਲੰਗਰ ਦੇ ਵਿੱਚ ਸੇਵਾ ਕਰਦੇ, ਸਿਰ 'ਤੇ ਪੱਗ ਬੰਨੀ ਹੋਈ ਊਧਮ ਸਿੰਘ ਨੇ, ਤੇ ਲੰਗਰ 'ਚ ਸੇਵਾ ਕਰ ਰਿਹਾ ਹੈ। ਤੇ ਉਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੇ ਥੱਲੇ ਮੈਂ ਨਾਮ ਅੰਕ ਦੇਖਿਆ MS ਆਜ਼ਾਦ। ਤੁਸੀਂ ਇਹ ਦੇਖੋ ਕਿ ਜਿਹੜੇ ਕਿਤਾਬਾਂ ਲਿਖਣ ਵਾਲੇ ਨੇ, ਉਹਨਾਂ ਨੇ ਕਿਤਾਬਾਂ ਲਿਖ ਦਿੱਤੀਆਂ ਉਹਨਾਂ 'ਤੇ ਰਾਮ ਮੁਹੰਮਦ ਸਿੰਘ ਆਜ਼ਾਦ। ਜਿਹੜੇ ਪ੍ਰਚਾਰ ਕਰਨ ਵਾਲੇ ਨੇ ਉਹਨਾਂ ਨੇ ਇਸ ਨੂੰ ਇਉਂ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਇੰਟਰਨੈਸ਼ਨਲ ਇਨਫੋਰਮੇਸ਼ਨ ਦੇ ਜਿਹੜੇ ਸਰੋਤ ਨੇ ਸੋਸ਼ਲ ਮੀਡੀਆ 'ਤੇ, ਜਿਵੇਂ ਕਿ ਵਿਕੀਪੀਡੀਆ ਵਰਗੇ, ਅੱਜ ਦੀ ਤਰੀਕ ਜਦੋਂ ਤੁਸੀਂ ਤੇ ਮੈਂ ਗੱਲ ਕਰ ਰਹੇ ਹਾਂ ਨਾ, ਉੱਥੇ ਜਾ ਕੇ ਸਰਚ ਮਾਰੋ ਤਾਂ ਉੱਥੇ ਊਧਮ ਸਿੰਘ ਦਾ ਜਿਹੜਾ ਨਾਂ ਲਿਖਿਆ ਹੁੰਦਾ ਰਾਮ ਮੁਹੰਮਦ ਸਿੰਘ ਆਜ਼ਾਦ। ਜਦ ਕਿ ਇਹ ਬਿਨਾਂ ਕਿਸੇ ਖੋਜ ਤੋਂ ਸਿਰਫ ਤੇ ਸਿਰਫ ਜਿਵੇਂ ਕਿਸੇ ਨੇ ਜਾਣਕਾਰੀ ਦੇ ਦਿੱਤੀ ਉਸ ਨੂੰ ਅੰਕਿਤ ਕਰ ਦਿੱਤਾ। ਪਰ ਦੇਣ ਵਾਲਿਆਂ ਦਾ ਮਨਸ਼ਾ ਕੁਝ ਹੋਰ ਹੈ, ਤੇ ਇਹ ਮਨਸ਼ਾ ਉਹੀ ਹੈ ਜਿਹੜਾ ਕਿ ਇੱਕ ਖਾਸ ਰੰਗ ਦੇ ਵਿੱਚ ਸਾਰੇ ਮੁਲਕ ਨੂੰ ਰੰਗਣ ਦੀ ਸੋਚ ਹੈ, ਜਾਂ ਇੱਕ ਨਵੀਂ ਕਿਸਮ ਦੀ ਜਿਹੜੀ ਹੈ ਪਿਰਤ ਪਾਉਣ ਦੀ ਗੱਲ ਹੈ। ਇਹ ਅਜਿਹਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਆਇਆ। ਅਸੀਂ ਇੱਕ ਤਾਂ ਜਿਹੜੇ ਰਾਮਚੰਦਰ ਜੀ ਜਿਹੜੇ ਕਿ ਬਕਾਇਦਾ ਤੌਰ 'ਤੇ ਅਸੀਂ ਦੇਖਦੇ ਹਾਂ ਇੱਕ ਰਾਜੇ ਸਨ, ਨਰੇਸ਼ ਸਨ, ਉਹਨਾਂ ਨੇ ਆਪਣਾ ਯੁੱਧ ਕੀਤਾ, ਰਾਵਣ ਨੂੰ ਜਿੱਤਿਆ, ਤੇ ਉਹ ਆਪਣੇ ਸਤਿਕਾਰ ਦੇ ਪਾਤਰ ਨੇ। ਉਹਨਾਂ ਦਾ ਇੱਕ ਆਪਣਾ ਜੀਵਨ ਹੈ, ਉਹਨੂੰ ਭਗਵਾਨ ਦੇ ਤੌਰ 'ਤੇ ਪੂਜਦੇ ਨੇ, ਪ੍ਰਤਿਸ਼ਠਾ ਰੱਖਦੇ ਨੇ, ਉਹਨਾਂ ਸਾਰੇ ਲੋਕਾਂ ਨੂੰ ਮੁਬਾਰਕ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਕਿਹਦੇ ਲਈ ਆਇਆ?
ਗੁਰੂ ਗ੍ਰੰਥ ਸਾਹਿਬ ਦੇ 'ਚ ਵਾਰ-ਵਾਰ ਆਇਆ, ਤੇ ਉਹ ਰਾਮ ਸ਼ਬਦ ਉੱਥੇ ਆਇਆ ਕਿ ਜਿਹੜਾ ਰਮਿਆ ਹੋਇਆ, ਕਣ ਕਣ ਦੇ ਵਿੱਚ ਰਮਿਆ ਹੋਇਆ, ਸਮਾਇਆ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕਉ ਬੋਲੇ ਰੇ, ਇਹ ਬਾਰ-ਬਾਰ ਆਇਆ। ਤੇ ਦੂਸਰੇ ਰਾਮ ਦੀ ਵੀ ਗੱਲ ਆਈ ਹੈ, ਉਹ ਕਿਵੇਂ ਆਈ ਆ? ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਇਹ ਉਹਨਾਂ ਨੇ ਲਿਖਿਆ। ਬਾਲੀ ਰੋਵੇ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਇਹ ਪੂਰਾ ਸ਼ਬਦ ਹੈ। ਤੇ ਫਿਰ ਗੁਰੂ ਤੇਗ ਬਹਾਦਰ ਜੀ ਜਦੋਂ ਸ਼ਲੋਕ ਲਿਖਦੇ ਨੇ ਤਾਂ ਉੱਥੇ ਲਿਖਦੇ ਨੇ, ਉੱਥੇ ਉਹ ਦੂਸਰੇ ਰਾਮ ਦੀ, ਜਿਹੜਾ ਇੱਕ ਰਾਜਾ ਰਾਮਚੰਦਰ ਹੈ, ਉਹਨਾਂ ਦੇ ਜ਼ਿਕਰ ਕਰਦੇ ਨੇ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਉ ਨਾਨਕ ਸਥਿਰ ਨਹੀਂ ਸੁਪਨੇ ਜੋ ਸੰਸਾਰ। ਤੇ ਹੁਣ ਇੱਥੇ ਜਦੋਂ ਇਸ ਕਿਸਮ ਦੀ ਸੋਚ ਅਸੀਂ ਰੱਖਦੇ ਹਾਂ ਕਿ ਅਰਥਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਹਾਂ, ਮੈਨੂੰ ਲੱਗਦਾ ਕਿ ਇਹ ਚੀਜ਼ ਹੁਣ ਸਮਾਂ ਆ ਗਿਆ ਕਿ ਸਾਨੂੰ ਗਿਆਨ ਦੇ ਕਵਚ ਨੂੰ ਪਹਿਨ ਕੇ ਉਸ ਅਗਿਆਨਤਾ ਨੂੰ ਦੂਰ ਕਰਨਾ ਜ਼ਰੂਰੀ ਹੈ। ਪਹਿਲੀ ਗੱਲ ਹੈ ਕਿ ਊਧਮ ਸਿੰਘ ਬਾਰੇ ਵੱਧ ਤੋਂ ਵੱਧ ਪੜ੍ਹਿਆ ਜਾਵੇ ਜੀ। ਊਧਮ ਸਿੰਘ ਬਾਰੇ ਜੋ ਅਥੈਂਟਿਕ ਉਪਲਬਧ ਆ ਉਸ ਦੀ ਘੋਖ ਕੀਤੀ ਜਾਵੇ। ਜਿਹੜੇ ਪ੍ਰਮਾਣਿਕ ਦਸਤਾਵੇਜ਼ਾਂ ਦੀ ਮੈਂ ਗੱਲ ਕਰਦਾ, ਜਿਹੜੀਆਂ ਸੁਣੀ ਸੁਣਾਈਆਂ ਕਹਾਣੀਆਂ, ਸਾਖੀਆਂ, ਇਹ ਜ਼ਮਾਨੇ ਦੇ ਜਾ ਚੁੱਕੇ ਨੇ। ਸਾਖੀਆਂ ਦੀ ਆਪਣੀ ਪ੍ਰਸੰਗਤਾ ਹੈ ਔਰ ਉਸਦੇ ਵੀ ਕੋਈ ਭਾਵ ਅਰਥ ਹੁੰਦੇ ਆ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਨੂੰ ਡੀਕੋਡ ਕੀਤੇ ਬਿਨਾਂ ਹੀ ਕਿਰਾਏ ਬਣਾ ਲੈਣੀ, ਉਹ ਵੀ ਗੱਲ ਮੁਨਾਸਿਬ ਨਹੀਂ। ਕਈ ਵਾਰੀ ਗੱਲਾਂ ਅਸੀਂ ਕੋਈ ਇਸ਼ਾਰਾ ਮਾਤਰ ਕਰਦੇ ਹਾਂ ਜੀ, ਉਹਦਾ ਕੋਈ ਹੋਰ ਅਰਥ ਹੁੰਦਾ, ਉਸਦਾ ਪ੍ਰਸੰਗ ਹੀ ਵੱਖਰਾ ਹੁੰਦਾ, ਪਰ ਅਸੀਂ ਉਸ ਨੂੰ ਸਮਝਦੇ ਸ਼ਬਦਾਰਥ ਉਹਦੇ ਉੱਦਾਂ ਦੇ ਉੱਦਾਂ ਹੀ ਲੈ ਕੇ ਉਹਨੂੰ ਸੱਚਾਈ ਮੰਨ ਕੇ ਬਹਿ ਜਾਂਦੇ। ਬਿਲਕੁਲ ਉਹ ਭੁਲੇਖਾ ਅਸੀਂ ਆਪ ਪਾਉਂਦੇ। ਊਧਮ ਸਿੰਘ ਦੇ ਕੇਸ ਦੇ ਵਿੱਚ ਜਦੋਂ ਮੈਂ ਦੱਸਣਾ ਚਾਹੂੰਗਾ ਗੁਰਿੰਦਰ ਸਿੰਘ ਜੀ ਕਿ ਜਿਹੜੇ ਗੁਰਦੁਆਰੇ 'ਚ ਊਧਮ ਸਿੰਘ ਜੀ ਸੇਵਾ ਕਰਦੇ ਸੀ ਜਾ ਕੇ, ਜਿੱਥੇ ਉਹਦੀ ਤਸਵੀਰ ਵੀ ਬੜੀ ਪ੍ਰਚਲਿਤ ਹੈ ਕਿ ਲੰਗਰ ਦੇ ਵਿੱਚ ਸੇਵਾ 'ਚ ਹੱਥ ਵਟਾ ਰਹੇ ਆ, ਉਹ ਗੁਰਦੁਆਰਾ ਜਿਸ ਬਿਲਡਿੰਗ 'ਚ ਸੀ ਉਹ ਬਿਲਡਿੰਗ ਉੱਥੇ ਹੈ ਅਜੇ ਵੀ, ਪਰ ਉਹ ਰਿਹਾਇਸ਼ੀ ਇਮਾਰਤ ਬਣ ਚੁੱਕੀ ਹੈ। ਉਸ ਦਾ ਮੈਨੂੰ ਜਾ ਕੇ ਵੇਖਣ ਦਾ ਮੌਕਾ ਮਿਲਿਆ, ਤਸਵੀਰਾਂ ਵੀ ਖਿੱਚੀਆਂ। ਨਵਾਂ ਗੁਰਦੁਆਰਾ ਜਿੱਥੇ ਸ਼ਿਫਟ ਹੋਇਆ ਉਹਨਾਂ ਨੇ ਆਪਣੇ ਤੌਰ 'ਤੇ ਊਧਮ ਸਿੰਘ ਬਾਰੇ ਲੋਕਾਂ ਨੂੰ ਦੱਸਣ ਵਾਸਤੇ ਪ੍ਰਬੰਧ ਕੀਤੇ ਹੋਏ ਆ, ਪਰ ਪੁਰਾਣੇ ਜਿਹੜੀ ਬਿਲਡਿੰਗ ਹੈ ਉਸ ਤਰ੍ਹਾਂ ਦੀ ਉਸ ਤਰ੍ਹਾਂ। ਇੰਗਲੈਂਡ ਦੇ ਵਿੱਚ ਇੱਕ ਖੂਬੀ ਰਹੀ ਹੈ ਕਿ ਜਿਹੜੀਆਂ ਬਿਲਡਿੰਗਾਂ ਨੇ ਉਹ ਇੱਦਾਂ ਢਾਈਆਂ ਨਹੀਂ ਗਈਆਂ। ਜਿੱਥੇ ਮਾਰਕਸ ਰਹਿੰਦਾ ਸੀਗਾ ਉਹ ਬਿਲਡਿੰਗ ਵੀ ਉਸੇ ਤਰ੍ਹਾਂ ਕਾਇਮ ਹੈ, ਹਾਲਾਂਕਿ ਉਸ ਵਿੱਚ ਕੁਝ ਹੋਰ ਗਤੀਵਿਧੀਆਂ ਚੱਲ ਰਹੀਆਂ, ਜਿਵੇਂ ਕੋਈ ਬਾਰ ਖੋਲ ਕੇ ਬੈਠਾ, ਕੁਝ ਕਰਕੇ ਬੈਠਾ, ਪਰ ਉਹ ਬਿਲਡਿੰਗਸ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਕਾਇਮ ਨੇ। ਇਹ ਉਸ ਮੁਲਕ ਦੀ ਖੂਬੀ ਹੈ। ਸੋ ਊਧਮ ਸਿੰਘ ਦੀ ਵੀ ਉਹ ਇਮਾਰਤ ਉਸ ਤਰ੍ਹਾਂ ਕਾਇਮ ਹੈ। ਹੁਣ ਜਿਵੇਂ ਪਿੱਛੇ ਡਾਕਟਰ ਅੰਬੇਦਕਰ ਜਿਹੜੀ ਇਮਾਰਤ 'ਚ ਰਹਿੰਦੇ ਸੀਗੇ, ਉਸ ਨੂੰ ਹੁਣ ਭਾਰਤ ਸਰਕਾਰ ਨੇ ਅਖਤਿਆਰ ਕੀਤਾ, ਉੱਥੇ ਲੋਕੀ ਜਾਂਦੇ ਨੇ, ਅਜਾਇਬ ਘਰ ਬਣਿਆ। ਇਹੋ ਜਿਹਾ ਉਪਰਾਲਾ ਇੱਥੇ ਵੀ ਹੋ ਸਕਦਾ ਸੀਗਾ, ਊਧਮ ਸਿੰਘ ਲਈ ਕਿਉਂ ਨਹੀਂ ਹੋਇਆ? ਨਹੀਂ ਹੋਇਆ, ਬਿਲਕੁਲ ਜੀ। ਊਧਮ ਸਿੰਘ ਤੇ ਮਦਨ ਲਾਲ ਢੀਂਗਰਾ ਦੋ ਸ਼ਹੀਦ ਹੋਏ ਭਾਰਤੀ ਮੂਲ ਦੇ, ਜਿਹੜੇ ਆਜ਼ਾਦੀ ਲੜਾਈ ਦੇ ਜਿਨ੍ਹਾਂ ਨੇ ਹਿੱਸਾ ਪਾਇਆ। ਉਹ ਯਾਦਾਂ ਲੱਭੋ, ਉਹਨਾਂ ਨੂੰ ਸਾਂਭੋ, ਜ਼ਿੰਮੇਵਾਰੀ ਬਣਦੀ ਸਟੇਟ ਦੀ, ਪਰ ਅਜਿਹਾ ਕੁਝ ਨਹੀਂ ਹੋਇਆ। ਉਲਟ ਗੱਲ ਇਹ ਹੋ ਰਹੀ ਹੈ ਕਿ ਜਿਹੜੀਆਂ ਇਤਿਹਾਸਕ ਗੱਲਾਂ ਨੇ ਉਹਨਾਂ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਬਿਲਕੁਲ ਜੀ। ਹੁਣ ਮੈਂ ਫਿਰ ਉਹੀ ਗੱਲ ਕਹੂੰਗਾ ਕਿ ਰਾਮ ਸ਼ਬਦ ਜੋੜ ਦੇ ਨਾਲ ਜ਼ਰੂਰੀ ਨਹੀਂ ਉਹ ਵੱਧ ਸੈਕੂਲਰ ਬਣ ਜਾਊਗਾ, ਜਾਂ ਉਸ ਨੂੰ ਕੱਢ ਦੇਣ ਨਾਲ ਉਸ ਦਾ ਸੈਕੂਲਰਿਜ਼ਮ ਘੱਟ ਜਾਊਗਾ। ਇਹ ਕੋਈ ਸੈਂਸ ਨਹੀਂ ਬਣਦੀ ਗੱਲ ਦੀ। ਬਿਲਕੁਲ ਜੀ। ਉਸ ਵੇਲੇ ਵੈਸੇ ਵੀ ਨਜ਼ਰੀਆ ਲੋਕਾਂ ਦਾ ਇਹ ਸੀ ਕਿ ਹਿੰਦੂ ਸਿੱਖ ਕਮਿਊਨਿਟੀ ਵਿੱਚ ਇਸ ਤਰ੍ਹਾਂ ਦੀ ਸਾਂਝ ਸੀਗੀ ਇਸ ਕਿਸਮ ਦੀ ਕਿ ਉਹ ਮੁਸਲਮਾਨਾਂ ਦੇ ਟਾਕਰੇ ਤੇ ਸੋਚਦੇ ਸੀ ਕਿ ਅਸੀਂ ਵੱਖਰੇ ਹਾਂ। ਸੋ ਮੁਹੰਮਦ ਸਿੰਘ ਆਜ਼ਾਦ ਤੇ ਜ਼ੋਰ ਦਿੱਤਾ ਊਧਮ ਸਿੰਘ ਨੇ, ਉਸ ਦੇ ਪਿੱਛੇ ਕੋਈ ਸੋਚ ਕੰਮ ਕਰ ਰਹੀ ਸੀ, ਕਿਉਂਕਿ ਮੁਸਲਮਾਨਾਂ ਦੇ ਵਿੱਚ ਤਾਂ ਨਾ ਦੋ ਕੌਮਾਂ ਵਿੱਚ ਦੂਰੀਆਂ ਦਾ ਮਾਹੌਲ ਸੀ, ਉਹਨੂੰ ਘਟਾਉਣ ਲਈ। ਸੋ ਉਹ ਜਦ ਤੱਕ ਇਸ ਭਾਵਨਾ ਨੂੰ ਸਮਝੇ ਬਿਨਾਂ ਅਸੀਂ ਕਾਲ 'ਚ ਆ ਕੇ ਰਾਮ ਵੀ ਵਿੱਚ ਜੋੜ ਦਈਏ, ਫਿਰ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰੀਏ। ਫਿਰ ਕਾਂਗਰਸ ਨੇ ਤਾਂ ਜ਼ਿਆਦਤੀ ਕੀਤੀ ਕਿ ਕਾਂਗਰਸ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਤਾਂ ਲੜਨੀ ਨਹੀਂ ਪਈ ਸਾਨੂੰ, ਅਸੀਂ ਤਾਂ ਬਿਨਾਂ ਖੂਨ ਡੋਲੇ ਆਜ਼ਾਦੀ ਲੈ ਆਏ ਹਾਂ। ਬਾਕੀ ਸਾਰੇ ਉਹਨਾਂ ਨੇ ਮਨਫੀ ਕਰਤੇ, ਤੇ ਜਿਨ੍ਹਾਂ ਨੇ ਆਜ਼ਾਦੀ ਨੂੰ ਪਿੱਠ ਦਿੱਤੀ, ਆਜ਼ਾਦੀ ਦੀ ਲੜਾਈ ਨੂੰ, ਜਨ ਸੰਘੀਆਂ ਨੇ, ਹਿੰਦੂ ਮਹਾਸਭੀਆਂ ਨੇ, ਉਹਨਾਂ ਨੇ ਆਪਣਾ ਚਾਅ ਪੂਰਾ ਕਰਨ ਲਈ ਉਹਨੂੰ ਰਾਮ ਦਾ ਖਿਤਾਬ ਵੀ ਦਿੱਤਾ। ਬਿਲਕੁਲ। ਸੋ ਇਹ ਜਿਹੜਾ ਵੱਡਾ ਫਰਕ ਹੈ ਨਾ, ਹੁਣ ਜਿਹੜੇ ਸਿੱਖ ਐਕਟਿਵਿਸਟ ਨੇ ਜਾਂ ਹਿਸਟੋਰੀਅਨ ਨੇ ਜਾਂ ਲੈਫਟ ਵਾਲੇ, ਉਹਨਾਂ ਨੂੰ ਚਾਹੀਦਾ ਕਿ ਇਮਾਨਦਾਰੀ ਨਾਲ ਜੋ ਸਹੀ ਹੈ ਗੱਲ ਉਹੀ ਲੋਕਾਂ ਸਾਹਮਣੇ ਰੱਖੀ ਜਾਵੇ, ਉਸ ਤੋਂ ਬਾਅਦ ਲੋਕੀ ਡਿਸਾਈਡ ਕਰਨ। ਬਿਲਕੁਲ। ਇੱਕ ਬੜੀ ਇੰਟਰਸਟਿੰਗ ਗੱਲ ਹੋਈ ਕਿ ਜਿਸ ਤਰ੍ਹਾਂ ਨਾਮ ਦੇ ਬਾਰੇ ਉਹਨਾਂ ਦੇ ਭੁਲੇਖਾ ਬੜਾ ਵਿਸਥਾਰ 'ਚ ਦੂਰ ਕੀਤਾ, ਇਹ ਇਤਿਹਾਸਕ ਤੱਥ ਰੱਖ ਕੇ ਦੂਰ ਕੀਤਾ ਗਿਆ। ਹੁਣ ਇੱਕ ਹੋਰ ਹੈ ਕਿ ਮਾਈਕਲ ਅਡਵਾਇਰ ਤੇ ਜਨਰਲ ਡਾਇਰ, ਜਦੋਂ ਊਧਮ ਸਿੰਘ ਦੇ ਜ਼ਾਲਮ ਨੂੰ ਸੋਧਣ ਦੀ ਗੱਲ ਆਉਂਦੀ ਹੈ ਤਾਂ ਮਾਈਕਲ ਅਡਵਾਇਰ ਜਿਹੜੇ ਆ ਉਹਨਾਂ ਦੀ ਗੱਲ ਕਰਨ ਦੀ ਥਾਂ ਤੇ ਬਹੁਤ ਸਾਰੇ ਜਿਹੜੇ ਆ ਜਨਰਲ ਡਾਇਰ ਦੀ ਗੱਲ ਕਰਦੇ ਨੇ। ਮੈਂ ਉਹਦੇ 'ਚ ਦਿਲਚਸਪ ਗੱਲ ਦੱਸਦਾ ਕਿ ਜਿਵੇਂ ਇਤਿਹਾਸ ਨੂੰ ਭੁਲੇਖੇ ਦਾ ਸ਼ਿਕਾਰ ਹੋ ਕੇ ਅਸੀਂ ਗਲਤ ਪ੍ਰਚਾਰਦੇ ਹਾਂ। ਸਾਡੇ ਬੜੇ ਹੀ ਮੰਨੇ ਪ੍ਰਮੰਨੇ ਸ਼ਾਇਰ ਨੇ, ਅਸੀਂ 20ਵੀਂ ਸਦੀ ਦੇ ਵਿੱਚ ਉਹਨਾਂ ਨੂੰ ਬੜੇ ਉੱਤਮ ਸ਼ਾਇਰ ਗਿਣਦੇ ਹਾਂ। ਉਹ ਹੈ ਪ੍ਰੋਫੈਸਰ ਮੋਹਨ ਸਿੰਘ। ਪ੍ਰੋਫੈਸਰ ਮੋਹਨ ਸਿੰਘ ਆਮ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਪੜ੍ਹਾਈ ਦੇ ਖੇਤਰ ਦੇ ਵਿੱਚ ਵੀ ਬੜੇ ਸੂਝਵਾਨ ਸਨ, ਖੋਜ ਕਾਰਜ ਦੇ ਸਨ,
ਅਗਾਂਹ ਵਧੂ ਵੀ ਸਨ, ਪ੍ਰਗਤੀਵਾਦੀ ਕਵੀ ਗਿਣੇ ਜਾਂਦੇ। ਉਹਨਾਂ ਨੇ ਇੱਕ ਕਵਿਤਾ ਲਿਖੀ, ਉਸ ਕਵਿਤਾ ਦੇ ਵਿੱਚ ਇਹ ਜ਼ਿਕਰ ਆਇਆ ਇਤਿਹਾਸ ਦਾ ਅਤੇ ਵਰਤਮਾਨ ਦਾ। ਉਹਦੇ 'ਚ ਉਹਨਾਂ ਦਾ ਇੱਕ ਜਿਹੜੇ 2 ਸਤਰਾਂ ਨੇ ਉਹ ਬੜੀਆਂ ਕਮਾਲ ਦੀਆਂ ਨੇ। ਉਹ ਸਤਰਾਂ ਇਹ ਨੇ, ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ, ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ, ਜਾ ਕੇ ਪੁੱਛ ਲਓ ਮੁਗਲ ਦਰਬਾਰ ਕੋਲੋਂ, ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਜਾ ਕੇ ਪੁੱਛ ਲਓ ਡਾਇਰ ਪਰਿਵਾਰ ਕੋਲੋਂ। ਪ੍ਰੋਫੈਸਰ ਪੂਰਨ ਸਿੰਘ ਕਹਿ ਰਹੇ, ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਜਾ ਕੇ ਪੁੱਛ ਲਓ ਡਾਇਰ ਪਰਿਵਾਰ ਕੋਲੋਂ। ਹੁਣ ਡਾਇਰ ਪਰਿਵਾਰ ਉਹਨਾਂ ਨੇ ਕਹਿਤਾ। ਪ੍ਰੋਫੈਸਰ ਮੋਹਨ ਸਿੰਘ ਇਹ ਗੱਲ ਨੂੰ ਕਿਵੇਂ ਟਪਲਾ ਖਾ ਗਏ ਕਿ ਉਹ ਡਾਇਰ ਨਹੀਂ ਸੀ, ਉਹ ਉਡਵਾਇਰ ਸੀ। ਜਿਹੜੀ ਭਾਜੀ ਮੋੜਨ ਦੀ ਗੱਲ ਵੀ ਹੈ, ਜੇਕਰ ਮੁਗਲ ਦਰਬਾਰ ਦੀ ਹੈ ਤਾਂ ਉਹ ਡਾਇਰ ਪਰਿਵਾਰ ਦੀ ਨਹੀਂ, ਉਡਵਾਇਰ ਦੀ ਹੈ। ਹੁਣ ਇੱਥੇ ਏਡੀ ਵੱਡੀ ਜਿਹੜੀ ਮੁਗਾਲਤਾ ਖੜਾ ਹੋ ਗਿਆ, ਉਸ ਨੂੰ ਸਟੇਜਾਂ 'ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਸਾਡੇ ਲੋਕਾਂ ਨੇ ਕਿਤਾਬਾਂ 'ਚ ਕਵਿਤਾਵਾਂ ਛਾਪਤੀਆਂ, ਕਵਿਤਾਵਾਂ ਪੜ੍ਹਨ ਤੋਂ ਬਾਅਦ ਇਤਿਹਾਸ ਨੂੰ ਕਿਸੇ ਨੇ ਦੇਖਿਆ ਨਹੀਂ, ਤੇ ਗੱਲ ਕੀ ਖੜੀ ਹੋ ਗਈ? ਊਧਮ ਸਿੰਘ ਨੇ ਜਨਰਲ ਡਾਇਰ ਨੂੰ ਸੋਧਿਆ, ਊਧਮ ਸਿੰਘ ਨੇ ਡਾਇਰ ਨੂੰ ਖਤਮ ਕੀਤਾ। ਉਹ ਡਾਇਰ ਤਾਂ ਹੈ ਹੀ ਨਹੀਂ ਸੀ, ਉਹ ਤਾਂ ਅਡਵਾਇਰ ਸੀ। ਇਹ ਭੁਲੇਖਾ ਵੀ ਦੂਰ ਕਰਨਾ ਬਹੁਤ ਜ਼ਰੂਰੀ, ਕਿ ਅੱਜ ਵੀ ਮੈਂ ਵੇਖਦਾ ਕਿ ਕਈ ਜਿਹੜੇ ਢਾਡੀ ਜਿਹੜੇ ਨੇ ਸਟੇਜਾਂ ਤੋਂ ਖੜ ਕੇ ਇਸੇ ਗੱਲ ਨੂੰ ਦੁਹਰਾ ਰਹੇ ਬਾਰ-ਬਾਰ ਜੀ। ਬਹੁਤ ਵੱਡਾ ਅੰਤਰ ਆ। ਮਾਈਕਲ ਓਡਵਾਇਰ ਗਵਰਨਰ ਸੀ ਪੰਜਾਬ ਦਾ, ਜਨਰਲ ਡਾਇਰ ਉਹ ਵਿਅਕਤੀ ਸੀ ਜਿਹੜਾ ਫੌਜ ਦੀ ਧਾੜ ਲੈ ਕੇ ਗਿਆ ਜਿਸਨੇ ਉਹ ਖੂਨੀ ਸਾਕਾ ਕੀਤਾ, ਔਰ ਡਾਇਰ ਬਿਮਾਰੀ ਨਾਲ ਮਰਿਆ। ਬਿਲਕੁਲ। ਓਡਵਾਇਰ ਊਧਮ ਸਿੰਘ ਦੀ ਗੋਲੀ ਨਾਲ ਉਡਾਇਆ ਗਿਆ। ਔਰ ਇਹ ਵੀ ਦਿਲਚਸਪ ਗੱਲ ਆਉਂਦੀ ਕਿ ਊਧਮ ਸਿੰਘ ਕੋਲ ਇੱਕ ਮੌਕਾ ਆਇਆ ਕਿ ਓਡਵਾਇਰ ਨੂੰ ਉਸਦੇ ਘਰ ਵਿੱਚ ਹੀ ਜਿਹੜਾ ਸ਼ੂਟ ਕਰ ਦੇਵੇ ਜੀ, ਉਸਦੇ ਆਪਣੇ ਫਾਰਮ ਦੇ ਵਿੱਚ, ਪਰ ਉਸਨੇ ਧਾਰਿਆ ਸੀ ਕਿ ਨਹੀਂ, ਇੱਦਾਂ ਨਹੀਂ, ਮੈਂ ਉਹਨੂੰ ਕੈਕਸ਼ਨ ਹਾਲ ਜਾ ਕੇ ਜਨਤਕ ਤੌਰ 'ਤੇ ਉਹਨੂੰ ਗੋਲੀ ਨਾਲ ਉਡਾਊਂਗਾ। ਜਜ਼ਬਾ ਸੀ ਊਧਮ ਸਿੰਘ ਦਾ ਜੀ। ਸੋ ਊਧਮ ਸਿੰਘ ਦੇ ਨਾਲ ਤਾਂ ਚਲੋ ਨਾਇੰਸਾਫੀ ਜੋ ਹੋਈ ਸੋ ਹੋਈ, ਜਿਹੜਾ ਬਾਕੀ ਭੁਲੇਖਾ ਪਾਊ ਇਤਿਹਾਸ ਉਸਨੇ ਵੀ ਬਹੁਤ ਨੁਕਸਾਨ ਕੀਤਾ ਜੀ। ਜਿਹੜਾ ਓਡਵਾਇਰ ਨੂੰ ਪਹਿਲੇ ਨਿਸ਼ਾਨਦੇਹੀ ਗਲਤ ਵਿਅਕਤੀ ਦੀ, ਹਾਂਜੀ, ਦੋਨਾਂ ਵਿਚਾਲੇ ਇੱਕੋ ਜਿਹਾ ਬਣਾ ਕੇ ਪੇਸ਼ ਕਰਦਾ। ਡਾਇਰ ਜਾਂ ਡਵਾਇਰ ਨਾ ਰਲਦੇ ਮਿਲਦੇ ਜੇ ਹੋਣ ਕਰਕੇ ਭੁਲੇਖਾ ਪੈ ਗਿਆ, ਚਲੋ ਮੰਨ ਲਈ ਗੱਲ। ਪਰ ਨੁਕਸਾਨ ਇਹਦਾ ਇਹ ਹੋਇਆ ਕਿ ਓਡਵਾਇਰ ਨੂੰ ਤੇ ਡਾਇਰ ਨੂੰ ਜਦੋਂ ਮਿਲਿਆ ਗਿਆ ਤੇ ਲੋਕਾਂ ਨੇ ਇਸ ਨੂੰ ਇਸੇ ਤਰ੍ਹਾਂ ਮੰਨ ਲਿਆ ਕਿ ਜਲਿਆਂਵਾਲੇ ਬਾਗ ਦੇ ਖੂਨੀ ਸਾਕਾ ਜਿਹੜਾ ਸੀਗਾ ਉਸ 'ਤੇ ਅਸਰ ਪਿਆ, ਉਸਨੇ ਜਾ ਕੇ ਇਸ ਦਾ ਬਦਲਾ ਲਿਆ। ਕਈਆਂ ਨੇ ਤਾਂ ਇਹ ਵੀ ਸਾਖੀ ਬਣਾਈ ਹੋਈ ਕਿ ਉਹ ਆਪ ਪਾਣੀ ਉੱਥੇ ਵਰਤਾ ਰਿਹਾ ਸੀ। ਇਹਦੀ ਕੋਈ ਪ੍ਰਮਾਣਿਕਤਾ ਨਹੀਂ ਇਸ ਗੱਲ ਦੀ। ਵੈਸੇ ਇਹ ਭਾਵੇਂ ਪਾਣੀ ਨਹੀਂ ਵੀ ਸੀ ਵਰਤਾ ਰਿਹਾ, ਪਰ ਅੰਮ੍ਰਿਤਸਰ 'ਚ ਰਹਿ ਰਿਹਾ ਸੀ ਤੇ 1919 ਦਾ ਕਾਂਡ ਨੇ ਭਗਤ ਸਿੰਘ ਨੂੰ ਪ੍ਰਭਾਵਿਤ ਕੀਤਾ, ਉਦੋਂ ਉਸ ਨੂੰ ਪ੍ਰਭਾਵਿਤ ਕਿਉਂ ਨਹੀਂ ਕੀਤਾ ਹੋਊਗਾ? ਬਿਲਕੁਲ ਸਹੀ। ਕੀ ਇੱਕ ਸਾਖੀ ਜੋੜਨ ਨਾਲ ਕੋਈ ਜ਼ਿਆਦਾ ਵਜ਼ਨ ਪਿਆ ਨਾ ਗੱਲ ਦੇ ਵਿੱਚ? ਸੋ ਇਹ ਜਿਹੜਾ ਕਹਿਣਾ ਜਲਿਆਂਵਾਲੇ ਬਾਗ ਕਰਕੇ ਉਸਨੇ ਉਸ ਦਾ ਬਦਲਾ ਲਿਆ। ਸੋ ਜਿਹੜਾ ਵੱਡਾ ਵਰਤਾਨ ਸੀ ਕਿ ਗਦਰ ਇਤਿਹਾਸ ਨੂੰ ਅਸੀਂ ਬਿਲਕੁਲ ਅੱਖੋਂ ਪਰੋਖੇ ਕਰਤਾ, ਜਾਂ ਗਦਰ ਵੇਲੇ ਤੋਂ ਜਿਹੜੀ ਸਿਆਸਤ ਚੱਲਦੀ ਆ ਰਹੀ ਸੀ ਕਿ ਕਿਵੇਂ ਇਹ ਉੱਥੇ ਵਾਪਸ ਆਉਣਗੇ, ਅਸੀਂ ਇਹਨਾਂ ਨੂੰ ਫਾਂਸੀਆਂ ਚਾੜਾਂਗੇ, ਸਖਤ ਕਾਨੂੰਨ ਬਣਾ ਕੇ ਜਿਹੜਾ ਅਦਾਲਤੀ ਡਰਾਮੇ ਵੀ ਕੀਤੇ ਗਏ ਜੀ, ਉਹ ਸਾਰੇ ਲਈ ਉਹ ਓਡਵਾਇਰ ਕਸੂਰਵਾਰ ਸੀ। ਹਾਂ। ਸੋ ਉਸ ਦਾ ਇਸ ਕਰਕੇ ਸੋਧਿਆ ਜਾਣਾ ਇਨਕਲਾਬੀ ਲਈ ਬਹੁਤ ਜ਼ਰੂਰੀ ਸੀ। ਸੋ ਇੱਕ ਵੱਡੇ ਮਿਸ਼ਨ ਨੂੰ ਅਸੀਂ ਘਟਾ ਕੇ ਇੱਕ ਘਟਨਾ ਦੇ ਨਾਲ ਜੋੜ ਕੇ ਜਿਵੇਂ ਵੇਖਦੇ ਹਾਂ, ਉਹ ਆਪਣੇ ਆਪ 'ਚ ਬੇਇਨਸਾਫੀ। ਬਿਲਕੁਲ ਜੀ। ਸੋ ਮੈਂ ਇੱਦਾਂ ਮਹਿਸੂਸ ਕਰਦਾ। ਜਿੱਥੇ ਤੱਕ ਈਵਨ ਜਨਰਲ ਡਾਇਰ ਦੀ ਗੱਲ ਵੀ ਅਸੀਂ ਦੇਖੀਏ ਤਾਂ ਉਸ ਦੀ ਜਿਹੜੀ ਆਪਣੀ ਜਿਸ ਤਰ੍ਹਾਂ ਦੀ ਭੂਮਿਕਾ ਸੀ, ਉਸ ਦਾ ਵੀ ਜਿਹੜਾ ਹੈ ਉਸ ਵੇਲੇ ਦੇ ਇਨਕਲਾਬੀਆਂ ਦੇ ਅੰਦਰ ਜਿਸ ਤਰ੍ਹਾਂ ਦਾ ਪ੍ਰਭਾਵ ਸੀ, ਜਿਵੇਂ ਉਸ ਨੂੰ ਫਿਰ ਫਟਾਫਟ ਹਟਾਇਆ ਗਿਆ, ਜਿਸ ਤਰੀਕੇ ਨਾਲ ਪੰਜਾਬ 'ਚੋਂ ਕੱਢਿਆ ਗਿਆ, ਜਿਵੇਂ ਉਸ ਦੀ ਮੌਤ ਹੋਈ, ਉਹਦਾ ਇੱਕ ਬੜਾ ਲੰਮਾ ਇਤਿਹਾਸ ਹੈ। ਪਰ ਜਿਹੜਾ ਜਦੋਂ ਮਾਈਕਲ ਅਡਵਾਇਰ ਦੀ ਗੱਲ, ਪੰਜਾਬ ਦੇ ਲੈਫਟੀਨੈਂਟ ਗਵਰਨਰ ਦੀ ਗੱਲ ਕਰਦੇ ਹਾਂ, ਉਸ ਦੀ ਨਿਰੰਤਰਤਾ ਜਦੋਂ ਦੇਖਦੇ ਹਾਂ ਤਾਂ ਸਾਡੇ ਅੰਦਰ ਇੱਕ ਸਵਾਲ ਉੱਠਦਾ। ਇੱਕ ਕਿਤਾਬ ਜਿਹੜੀ ਬੜੀ ਚਰਚਿਤ ਰਹੀ ਹੈ, ਇੰਡੀਆ ਐਜ਼ ਆਈ ਨਿਊ, ਬਿਲਕੁਲ, ਉਹ ਕਿਤਾਬ ਦਾ ਹਵਾਲਾ ਮੈਂ ਜਦੋਂ ਦੇਖਦਾ ਕਿ ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਜਿਹੜੇ ਕਿ ਕੈਨੇਡਾ ਤੋਂ ਗਏ ਗਦਰੀ ਯੋਧੇ, ਜਿਨ੍ਹਾਂ ਦੀ ਲਾਹੌਰ ਦੇ ਵਿੱਚ ਸ਼ਹਾਦਤ ਹੋਈ, ਫਾਂਸੀ ਦਾ ਰਸਾ ਚੁੰਮਿਆ, ਇੱਕ ਵਾਰ ਮੌਕਾ ਮਿਲਿਆ ਕਿ ਉਹਨਾਂ ਨੇ ਮੁਲਾਕਾਤ ਵੀ ਕੀਤੀ ਬਕਾਇਦਾ। ਉਸ ਵੇਲੇ ਇਹ ਗੱਲ ਇਤਿਹਾਸਕ ਹੈ ਕਿ ਉਸ ਵੇਲੇ ਜਿਹੜਾ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਸੀ, ਉਹ ਕਦੇ ਹੁਪਕਿੰਸਨ ਨੇ ਵੀ ਉਸ ਨੂੰ ਬਕਾਇਦਾ ਲਿਖ ਕੇ ਭੇਜਿਆ, ਤੇ ਅਗਾਂਹ ਜਾ ਕੇ ਵੀ ਪਤਾ ਲੱਗਿਆ ਕਿ ਯੋਧੇ ਜਿਹੜੇ ਬਹਾਦਰ ਕਿਵੇਂ ਸਨ। ਸੋ ਗਦਰੀਆਂ ਨੂੰ ਸ਼ਹੀਦ ਕਰਾਉਣ, ਫਾਂਸੀਆਂ ਦੇਣ, ਸਜ਼ਾਵਾਂ ਦੇਣ ਦੇ ਵਿੱਚ ਇਸ ਵਿਅਕਤੀ ਦੀ ਬੜੀ ਵੱਡੀ ਭੂਮਿਕਾ ਰਹੀ ਹੈ। ਗੁਰਦਸ ਦੀ ਗੱਲ ਅਸਰ ਆਇਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਛੋਟੀ ਜੀ। ਮੈਂ ਇੱਕ ਵਾਰੀ ਕਲਕੱਤੇ ਸੀਗਾ ਤੇ ਇੱਕ ਐਕਟੀਵਿਸਟ ਨਾਲ ਮੇਰਾ ਵਾਹ ਪਿਆ ਜੀ, ਜਿਹੜਾ ਭਗਤ ਸਿੰਘ ਦਾ ਬਹੁਤ ਵੱਡਾ ਉਪਾਸ਼ਕ ਹੈ। ਮੈਂ ਉਸਦੀ ਭਾਵਨਾ ਦੇ ਉੱਤੇ ਕਿੰਤੂ ਨਹੀਂ ਕਰਦਾ ਤੇ ਨਾ ਮੈਂ ਸ਼ੱਕ ਕਰਦਾ, ਪਰ ਉਹਦੀ ਕੁਝ ਗੱਲਾਂ ਬਹੁਤ ਗਲਤ ਸੀਗੀਆਂ। ਉਹ ਲਾਰ ਹੋ ਕੇ ਕਹਿ ਰਿਹਾ ਸੀ ਕਿ ਤੁਸੀਂ ਭਗਤ ਸਿੰਘ ਦੀ ਗੱਲ ਕਰੋ, ਊਧਮ ਸਿੰਘ ਦੀ ਗੱਲ ਆਪਾਂ ਨਾ ਕਰੀਏ, ਆਪਾਂ ਜ਼ਿਆਦਾ ਉਹਨੂੰ ਵੱਡਾ ਕਰ ਰਹੇ ਹਾਂ। ਉਹਨੇ ਤਾਂ ਸਿਰਫ ਐਵੇਂ ਜਿਹਨੂੰ ਕਹਿੰਦੇ ਤਹਿਸ 'ਚ ਆ ਕੇ ਕਾਰਾ ਕਰਤਾ, ਤੇ ਕੋਈ ਮਤਲਬ ਇਸ ਤਰ੍ਹਾਂ ਕੋਈ ਖਾਸ ਇਨਕਲਾਬੀ ਨਹੀਂ ਸੀਗਾ ਉਹ। ਮੈਨੂੰ ਉਹਦੇ ਨਾਲ ਪੂਰਾ ਸਮਾਂ ਲਾਉਣਾ ਪਿਆ। ਮੈਂ ਕਿਹਾ ਇਸੀ ਗੱਲ ਦਾ ਸਾਨੂੰ ਗਿਲਾ
ਕਿਉਂਕਿ ਅਸੀਂ ਚੀਜ਼ਾਂ ਨੂੰ ਲਗਾਤਾਰਤਾ 'ਚ ਨਹੀਂ ਵੇਖਦੇ, ਇਸ ਕਰਕੇ ਕਿਸੇ ਛੋਟੇ ਜਿਹੇ ਐਕਸ਼ਨ ਨੂੰ ਸੋਚਦੇ ਹਾਂ ਕਿ ਐਵੇਂ ਵਡਿਆਇਆ ਜਾ ਰਿਹਾ। ਹਾਲਾਂਕਿ ਉਹ ਐਕਸ਼ਨ ਛੋਟਾ ਵੀ ਨਹੀਂ ਸੀਗਾ ਤੇ ਨਾ ਹੀ ਉਹ ਕੋਈ ਆਪਣੇ ਆਪ 'ਚ ਆਈਸੋਲੇਟਿਡ ਜਾਂ ਵੱਖਰੇ ਕਿਸਮ ਦਾ ਐਕਸ਼ਨ ਸੀ। ਉਹ ਇੱਕ ਵੱਡੀ ਇਤਿਹਾਸਿਕ ਪਿੱਠ ਭੂਮੀ ਦੀ ਕੜੀ ਦਾ ਹਿੱਸਾ। ਤੁਸੀਂ ਉਹ ਸਾਰੇ ਦੇ ਸਾਰੇ ਨਾਲ ਨਾਇਨਸਾਫੀ ਕਰ ਰਹੇ ਹੋ। ਪਹਿਲਾਂ ਨਾਵਾਂ ਦਾ ਟਪਲਾ, ਫਿਰ ਮਾਈਕਲ ਐਡਵਾਇਰ ਦੀ ਸੋਚ ਕੀ ਸੀਗੀ ਗਦਰੀਆਂ ਪ੍ਰਤੀ ਜਾਂ ਹਿੰਦੁਸਤਾਨੀਆਂ ਪ੍ਰਤੀ, ਉਸ ਕਿਤਾਬ ਵਿੱਚ ਸਾਰਾ ਕੁਝ ਅੰਕਿਤ ਹੈ। ਬਿਲਕੁਲ। ਸੋ ਉਹ ਬਹੁਤ ਚਿਰ ਤੋਂ ਗਦਰੀਆਂ ਦੇ ਨਿਸ਼ਾਨੇ 'ਤੇ ਸੀਗਾ, ਰੜਕ ਰਿਹਾ ਸੀ ਉਹਨਾਂ ਨੂੰ। ਸੋ ਇਸ ਐਕਸ਼ਨ ਨੂੰ ਛੋਟਾ ਕਰਕੇ ਨਾ ਵੇਖੋ, ਇੱਕ ਹਿਸਟਰੀ ਦੀ ਲਗਾਤਾਰਤਾ ਦੀ ਰੋਸ਼ਨੀ 'ਚ ਵੇਖੋ, ਨਿਰੰਤਰਤਾ ਦੀ ਰੋਸ਼ਨੀ 'ਚ ਵੇਖੋ। ਊਧਮ ਸਿੰਘ ਦਾ ਇੰਨਾ ਮੌਕਾ ਮਿਲ ਜਿਹੜਾ ਹੋਇਆ ਗਦਰੀਆਂ ਦੇ ਨਾਲ, ਜਾਂ ਗਦਰੀਆਂ ਦੀ ਸੋਚ ਨੂੰ ਅੱਗੇ ਤੋਰਿਆ ਉਸਨੇ। ਬਿਲਕੁਲ ਸੈਕੂਲਰ ਸੋਚ ਸੀ ਗਦਰੀਆਂ ਦੀ, ਉਸੇ ਦੀ ਮਿਸਾਲ ਹੈ ਕਿ ਉਸਨੇ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਦੀ ਚੋਣ ਕੀਤੀ। ਬਿਲਕੁਲ। ਸਾਰਾ ਕੁਝ ਅਸੀਂ ਅੱਖੋਂ ਪਰੋਖੇ ਕਰਕੇ ਸਾਰੀ ਗੱਲ ਤੇ ਆਪਾਂ ਪੋਚਾ ਫੇਰ ਦਈਏ, ਇਨਸਾਫ ਨਹੀਂ ਹੈ ਊਧਮ ਸਿੰਘ ਦੇ ਨਾਲ। ਈਵਨ ਭਗਤ ਸਿੰਘ ਨਾਲ ਵੀ ਇਹ ਨਾਇਨਸਾਫੀਆਂ ਇੱਦਾਂ ਦੀਆਂ ਹੋਈਆਂ। ਬਿਲਕੁਲ ਜੀ। ਜਿਵੇਂ ਲਾਲਾ ਲਾਜਪਤ ਰਾਏ ਦੀ ਗੱਲ ਚੱਲਦੀ ਹੈ ਕਿ ਲਾਲਾ ਲਾਜਪਤ ਰਾਏ ਦੀ ਲਾਠੀ ਵੱਜੀ, ਨਾਲ ਹੀ ਮੌਤ ਹੋ ਗਈ। ਨਾਲ ਤਾਂ ਮੌਤ ਹੋਈ ਨਹੀਂ, ਕਈ ਦਿਨਾਂ ਬਾਅਦ ਹੋਈ ਹੈ। ਬਿਲਕੁਲ। ਮਸਲਾ ਸਿਰਫ ਇੰਨਾ ਕੁ ਸੀਗਾ ਕਿ ਲਾਲਾ ਲਾਜਪਤ ਰਾਏ ਨਾਲ ਭਗਤ ਸਿੰਘ ਦੇ ਮਤਭੇਦ ਸੀਗੇ, ਬਹੁਤ ਸਖਤ ਮਤਭੇਦ ਸੀ। ਪਰ ਸੀਗਾ ਇਹ ਕਿ ਸਾਡੀ ਇੱਕ ਲੀਡਰਸ਼ਿਪ ਤੇ ਹਮਲਾ ਕੀਤਾ ਇਹ ਸਲਤਨਤ ਨੇ, ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ, ਇੰਨੀ ਗੱਲ ਸੀ ਬਸ। ਨੌਜਵਾਨਾਂ ਸਾਹਮਣੇ ਚੈਲੰਜ ਸੀਗਾ, ਉਹਨੂੰ ਭਗਤ ਸਿੰਘ ਨੇ ਕਬੂਲਿਆ। ਬਿਲਕੁਲ। ਪਰ ਇਕੱਲਾ ਉਹ ਨਿਰਾਪੁਰਾ ਦਾ ਮਸਲਾ ਨਹੀਂ ਸੀਗਾ ਨਾ। ਬਿਲਕੁਲ। ਮਸਲਾ ਇਹ ਵੀ ਸੀ ਬਾਅਦ 'ਚ ਕਿ ਜਦੋਂ ਅਸੈਂਬਲੀ 'ਚ ਬੰਬ ਸੁੱਟਣਾ ਤੇ ਕਿ ਉੱਥੇ ਜਾ ਕੇ ਕੋਰਟ 'ਚ ਖੜੇ ਹੋ ਕੇ ਬਿਆਨ ਦੇਣੇ, ਆਪਣੇ ਇਤਿਹਾਸ ਦੇ ਵਿੱਚ ਇੱਕ ਨਵੀਂ ਚੇਤਨਤਾ ਲਿਆਉਣ ਵਾਸਤੇ ਨੌਜਵਾਨਾਂ ਨੂੰ ਝੰਜੋੜਨ ਲਈ ਐਕਸ਼ਨ ਕਰਨਾ ਜ਼ਰੂਰੀ ਹੈ। ਊਧਮ ਸਿੰਘ ਨੇ ਵੀ ਇਸ ਤਰ੍ਹਾਂ ਅਦਾਲਤ ਨੂੰ ਵਰਤਿਆ। ਸੋ ਇਹ ਜਿਹੜੀਆਂ ਗੱਲਾਂ ਨੂੰ ਅਸੀਂ ਇਗਨੋਰ ਕਰਕੇ ਇੱਕ ਵੱਡੇ ਐਕਸ਼ਨ ਨੂੰ ਛੁਟਿਆ ਕੇ ਵੇਖਦੇ ਹਾਂ, ਜਾਂ ਇੱਕ ਮਤਲਬ ਵੱਖਰੀ ਜਿਹੀ ਘਟਨਾ ਕਰਕੇ ਵੇਖਦੇ ਹਾਂ, ਬਾਕੀ ਇਹਨਾਂ ਨੂੰ ਅੱਡ ਕਰਕੇ, ਤਾਂ ਉੱਥੇ ਨਾਇਨਸਾਫੀ ਹੁੰਦੀ ਹੈ। ਸਹੀ ਗੱਲ ਹੈ ਜੀ। ਮਾਈਕਲ ਐਡਵਾਇਰ ਦੀ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ। ਉਹ ਪੜ੍ਹ ਲਓ, ਤੁਹਾਨੂੰ ਆਪ ਅਹਿਸਾਸ ਹੋਊਗਾ ਕਿ ਉਹ ਕਿੰਨਾ ਰੇਸਿਸਟ ਨਸਲਵਾਦੀ ਵਿਅਕਤੀ ਸੀਗਾ। ਜਿਸ ਕਿਸਮ ਦੇ ਉਸਨੇ ਕਾਰੇ ਕੀਤੇ ਸੀ ਉਹਦੇ ਨਾਲ ਇਹੀ ਹੋਣਾ ਸੀ। ਊਧਮ ਸਿੰਘ ਨਾ ਕਰਦਾ ਕਿਸੇ ਹੋਰ ਨੇ ਕਰ ਲੈਣਾ ਸੀਗਾ। ਪਰ ਉਸਨੇ ਆਪਣੀ ਮੌਤ ਦੇ ਵਾਰੰਟ ਆਪ ਲਿਖਤੇ ਸੀਗੇ ਜਦੋਂ ਉਸਨੇ ਗਦਰੀਆਂ ਨੂੰ ਬੜੀ ਬੇਕਿਰਕੀ ਨਾਲ ਫਾਂਸੀ ਤੇ ਲਟਕਾਇਆ। ਸੋ ਜਨਰਲ ਡਾਇਰ ਦੀ ਗੱਲ ਨੂੰ ਵਿੱਚ ਲਿਆਉਣਾ ਜਾਂ ਉਸ ਨੂੰ ਨਾਲ ਜੋੜਨਾ, ਸਾਰਾ ਕੁਝ ਜਿਹੜਾ ਸਾਨੂੰ ਘੱਟੋ ਘੱਟ ਇਹ ਸੋਚਣ ਲਈ ਮਜਬੂਰ ਕਰਦਾ ਕਿ ਅਸੀਂ ਇਤਿਹਾਸ ਨਾਲ ਜੇ ਇਨਸਾਫ ਕਰਨਾ ਤਾਂ ਸਾਰੀ ਗੱਲ ਨੂੰ ਸਮੁੱਚਤਾ 'ਚ ਵੇਖਿਆ ਜਾਵੇ। ਮੈਨੂੰ ਨਹੀਂ ਲੱਗਦਾ ਕਿ ਜਿੰਨੀ ਵਿਸਤਾਰ 'ਚ ਗੱਲਬਾਤ ਹੋ ਰਹੀ ਹੈ, ਇਹ ਜਿਹੜੀਆਂ ਭੁਲੇਖੇ ਗਲਤ ਕਾਇਮ ਕੀਤੇ ਜਾ ਰਹੇ ਨੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਕੋਈ ਗੁੰਜਾਇਸ਼ ਰਹਿ ਜਾਂਦੀ ਹੈ। ਕਿਉਂਕਿ ਪਹਿਲਾ ਨੈਰੇਟਿਵ ਜਿਹੜਾ ਨਾ ਬਿਰਤਾਂਤ ਬਿਊਰਾ ਇਸ ਤਰ੍ਹਾਂ ਬਣਾਇਆ ਗਿਆ ਕਿ ਮੁਹੰਮਦ ਸਿੰਘ ਆਜ਼ਾਦ ਦੇ ਮੂਹਰੇ ਰਾਮ ਲਾ ਦਿਓ, ਰਾਮ ਮੁਹੰਮਦ ਸਿੰਘ ਆਜ਼ਾਦ, ਇਹ ਨਵਾਂ ਨੈਰੇਟਿਵ ਹੀ ਸਥਾਪਿਤ ਕਰ ਦਿੱਤਾ ਕਿ ਸ਼ਾਇਦ ਇਸ ਦੇ ਨਾਲ ਜਿਹੜਾ ਸਾਡੀ ਸ਼ਮੂਲੀਅਤ ਜਿਹੜੀ ਇਸ ਕਿਸਮ ਦੀ ਹੋ ਜਾਏ ਕਿ ਊਧਮ ਸਿੰਘ ਜਿਹੜਾ ਹੈ ਸਾਡਾ ਸਾਂਝਾ ਸੀ ਤੇ ਅਸੀਂ ਉਹਦੇ ਨਾਲ ਸ਼ਾਮਲ ਹੋ ਗਏ, ਜਦਕਿ ਊਧਮ ਸਿੰਘ ਵੈਸੇ ਵੀ ਸਾਂਝਾ ਸੀ। ਇਸ ਤਰ੍ਹਾਂ ਦੇ ਧੱਕੇਸ਼ਾਹੀ ਕਰਨੀ ਗਲਤ ਹੈ। ਫਿਰ ਜਨਰਲ ਡਾਇਰ ਜਿਹੜਾ ਇੱਕ ਫੌਜ ਦਾ ਮੁਖੀ ਸੀ, ਇੱਕ ਉਹ ਐਡਵਾਇਰ ਜਿਹੜਾ ਕਿ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਜਿਹੜਾ ਕਿ ਏਡਾ ਵੱਡਾ ਨਸਲਵਾਦੀ ਸੀ ਜਿਸ ਨੇ ਲਗਾਤਾਰ ਨਿਰੰਤਰ ਜ਼ੁਲਮ ਇੰਨਾ ਕੀਤਾ, ਉਸ ਨੂੰ ਸੋਧਾ ਲਾਉਣ ਲਈ ਜਿਹੜਾ ਇਹ ਕੰਮ ਕੀਤਾ ਗਿਆ ਉਹ ਵੀ ਨਿਰੰਤਰਤਾ ਦੇ ਵਿੱਚ ਹੋਇਆ। ਸੋ ਇਹ ਇੱਕ ਮਿਸਾਲ ਹੈ। ਹੁਣ ਤੀਸਰੀ ਮਿਸਾਲ ਆਉਂਦੀ ਹੈ, ਇੱਕ ਹੋਰ ਬਿਰਤਾਂਤ ਜਿਹੜਾ ਸਾਹਮਣੇ ਆਉਂਦਾ ਹੈ ਕਿ ਜਦੋਂ ਕੈਕਸਟਨ ਹਾਲ ਦੇ ਵਿੱਚ ਸ਼ਹੀਦ ਊਧਮ ਸਿੰਘ ਨੇ ਮਾਈਕਲ ਐਡਵਾਇਰ ਨੂੰ ਸੋਧਿਆ, ਉਸ ਤੋਂ ਬਾਅਦ ਉਸੇ ਸ਼ਾਮ ਲੰਡਨ ਦੇ ਵਿੱਚ ਜਿਹੜੇ ਬਹੁਤ ਸਾਰੇ ਆਪਣੇ ਆਪ ਨੂੰ ਸੈਕੂਲਰ ਕਹਿ ਰਹੇ ਸਨ ਜਾਂ ਨਰਮ ਖਿਆਲੀ ਸਨ, ਜਿਨ੍ਹਾਂ 'ਚ ਭਾਰਤੀ ਸੰਸਥਾਵਾਂ ਦੇ ਵੀ ਬਹੁਤ ਸਾਰੇ ਨੁਮਾਇੰਦੇ ਸਨ, ਕਾਂਗਰਸੀ ਜਿਹੜੇ ਖਾਸ ਤੌਰ 'ਤੇ ਸਨ, ਉਹਨਾਂ ਨੇ ਫਟਾਫਟ ਐਡਵਾਇਰ ਪਰਿਵਾਰ ਦੀ ਹਮਦਰਦੀ ਦੇ ਵਿੱਚ ਆਪਣੀਆਂ ਤਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਬ੍ਰਿਟਿਸ਼ ਸਰਕਾਰ ਦੇ ਅੱਗੇ ਰੋਣੇ ਸ਼ੁਰੂ ਕਰ ਦਿੱਤੇ ਤੇ ਆਪਣੇ ਆਪ ਨੂੰ ਵੱਖ ਕਰ ਲਿਆ ਕਿ ਇਹ ਬੰਦਾ ਜਿਹੜਾ ਹੈ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਅਸੀਂ ਨਿੰਦਾ ਕਰਦੇ ਹਾਂ। ਭਾਰਤ ਦੇ ਵਿੱਚ ਕੀ ਮੋਹਨਦਾਸ ਕਰਮਚੰਦ ਗਾਂਧੀ, ਕੀ ਜਵਾਹਰ ਲਾਲ ਨਹਿਰੂ, ਕੀ ਹੋਰ ਫਟਾਫਟ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਸਾਰਿਆਂ ਨੇ ਇੱਕੋ ਦਮ ਊਧਮ ਸਿੰਘ ਨੂੰ ਗਲਤ ਕਿਹਾ, ਉਸ ਨੂੰ ਨਿੰਦਿਆ ਤੇ ਐਡਵਾਇਰ ਦੀ ਜਿਹੜੀ ਹੈ ਉਸ ਦੀ ਇੰਨੀ ਲਾਹਣਤੀ ਹੋਣ ਦੇ ਬਾਵਜੂਦ ਵੀ ਉਸ ਦੇ ਨਾਲ ਉਸ ਦੀ ਹਮਦਰਦੀ ਦਾ ਇਜ਼ਹਾਰ ਕੀਤਾ। ਅਜਿਹਾ ਕਿਉਂ? ਮੁਝੇ ਸਿੰਘ ਜੀ ਇਹ ਤਾਂ ਗੱਲ ਕਲੀਅਰ ਹੈ ਕਿ ਜਿਹੜੀ ਉਸ ਵੇਲੇ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀਆਂ ਦਿਲਚਸਪੀਆਂ ਸੀਗੀਆਂ ਉਹ ਬ੍ਰਿਟਿਸ਼ ਸਾਮਰਾਜ ਨਾਲ, ਰਾਜ ਨਾਲ ਕਿਸੇ ਨਾ ਕਿਸੇ ਪੱਧਰ 'ਤੇ ਮੇਲ ਖਾਂਦੀਆਂ ਸੀਗੀਆਂ। ਪਹਿਲੀ ਗੱਲ ਤਾਂ ਪੂਰਨ ਸਵਰਾਜ ਦੀ ਉਹ ਵੀ ਗੱਲ ਨਹੀਂ ਸੀ ਕਰ ਰਹੇ, ਉਹ ਤਾਂ ਰਿਆਇਤਾਂ ਲੈਣ ਦੇ ਪਿੱਛੇ ਤੁਰੇ ਫਿਰਦੇ ਸੀਗੇ। ਫਿਰ ਉਹਨਾਂ ਨੂੰ ਇੱਕ ਸੀਗਾ ਕਿ ਹਰ ਹਾਲਤ 'ਚ ਹਿੰਸਾ ਦਾ ਅਸੀਂ ਖੰਡਨ ਕਰਨਾ ਹੀ ਕਰਨਾ। ਸੋ ਇੱਕ ਜਿਹੜੀ ਬੇਵਫਾਈ ਉਹਨਾਂ ਨੇ ਸਿਰਫ ਊਧਮ ਸਿੰਘ ਨਾਲ ਨਹੀਂ ਕੀਤੀ, ਇਸ ਤੋਂ ਪਹਿਲਾਂ ਭਗਤ ਸਿੰਘ ਨਾਲ ਵੀ ਇਹੋ ਜਿਹੀ ਬੇਵਫਾਈ ਹੋਈ ਆ, ਗਦਰੀਆਂ ਨਾਲ ਵੀ ਹੋ ਚੁੱਕੀ ਆ। ਬਿਲਕੁਲ ਜੀ। ਜਾਂ ਤਾਂ ਨਾ ਹੋਈ ਹੋਵੇ। ਸੋ ਇਹ ਆਪਣੇ ਆਪ 'ਚ ਕੋਈ ਹੈਰਾਨ ਕਰਨ ਵਾਲੀ ਗੱਲ ਤਾਂ ਹੈ ਨਹੀਂ ਸੀ, ਪਰ ਇਹ ਪਰੇਸ਼ਾਨ ਕਰਨ ਵਾਲੀ ਗੱਲ ਇਸ ਕਰਕੇ ਹੈ ਕਿਉਂਕਿ ਇਸ ਸਾਰੇ ਬਿਰਤਾਂਤ ਦੇ ਕਰਕੇ ਲੰਮਾ ਸਮਾਂ ਜਿਹੜੇ ਦਸਤਾਵੇਜ਼ ਨੇ, ਨੈਰੇਟਿਵ ਨੇ, ਉਹਨਾਂ ਦੇ ਉੱਤੇ ਇਹੀ ਗੱਲ ਜਿਹੜੀ ਆ ਉਸ ਦਾ ਅਸਰ ਰਿਹਾ ਔਰ ਅਸਰ ਆਉਣ ਦੀ ਜਨਰੇਸ਼ਨ ਨੇ ਵੀ ਉਸ ਨੂੰ ਕਬੂਲਿਆ, ਜਿਸ ਦੇ ਕਰਕੇ ਭੁਲੇਖੇ ਪਏ। ਊਧਮ ਸਿੰਘ ਦੇ ਐਕਸ਼ਨ ਨੂੰ ਛੋਟਾ ਕਰਕੇ ਵੇਖਿਆ ਗਿਆ,
ਸਿਰਫਿਰਾ ਦੱਸਿਆ ਗਿਆ ਉਸਨੂੰ, ਹਾਂਜੀ ਜਦੋਂ ਕਿ ਸਿਰਫਿਰੇ ਵਾਲੀ ਗੱਲ ਹੀ ਨਹੀਂ ਸੀਗੀ। ਸੋਚੇ ਸਮਝੇ ਢੰਗ ਨਾਲ ਇਹ ਸਾਰਾ ਕੁਝ ਹੋਇਆ ਔਰ ਇੱਕ ਸੋਚ ਸੀ ਉਸ ਦੇ ਪਿੱਛੇ, ਵਿਚਾਰਧਾਰਕ ਸੋਚ ਸੀਗੀ ਔਰ ਬੜੀ ਠੋਸ ਵਿਚਾਰਧਾਰਕ ਸੋਚ ਸੀ। ਸੋ ਇਹ ਬਹੁਤ ਵੱਡੀ ਨਾਇਨਸਾਫੀ ਹੋਈ ਆ। ਕਾਂਗਰਸੀਆਂ ਨੇ ਤਾਂ ਉਦੋਂ ਜਦੋਂ ਇਨਕਲਾਬੀਆਂ ਨੇ ਐਕਸ਼ਨ ਕੀਤੇ ਉਸ ਤੋਂ ਬਾਅਦ ਕਿਸੇ ਅੜੀਆਂ ਚੱਕ ਕੇ ਪੂਰਨ ਸੁਰਾਜ ਦੀ ਗੱਲ ਕੀਤੀ ਜੀ। ਇੱਕ ਉਹਨਾਂ ਦੇ ਮਨ 'ਚ ਸੀ ਸ਼ਾਇਦ ਅਸੀਂ ਬਰਤਾਨਵੀ ਹੁਕੂਮਤ ਦੀ ਹਮਦਰਦੀ ਲੈ ਲਵਾਂਗੇ ਇਹੋ ਜਿਹੀਆਂ ਗੱਲਾਂ ਕਰਕੇ। ਹਮਦਰਦੀ ਤਾਂ ਕੀ ਮਿਲਣੀ ਸੀ ਉਹਨਾਂ ਨੂੰ। ਉਲਟ ਗੱਲ ਇਹ ਕਿ ਬ੍ਰਿਟਿਸ਼ ਰਾਜ ਦੀ ਉਮਰ ਲੰਮੀ ਕਰਨ ਦੇ ਵਿੱਚ ਉਹਨਾਂ ਲੋਕਾਂ ਦਾ ਹੱਥ ਰਿਹਾ, ਚਾਹੇ ਕਿਸੇ ਨੂੰ ਗੱਲ ਬੁਰੀ ਲੱਗੇ ਜਾਂ ਚੰਗੀ ਲੱਗੇ। ਠੀਕ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਅਹਿੰਸਾਵਾਦੀ ਨੇ ਅਸੀਂ ਬਿਲਕੁਲ ਉਹਨਾਂ ਰੋਲ ਨੂੰ ਘਟਾ ਕੇ ਵੇਖੀਏ। ਅਕਾਲੀ ਲਹਿਰ 'ਚ ਵੀ ਉਹ ਲੋਕ ਰਹੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਮੋਰਚੇ 'ਚ ਹਿੱਸਾ ਪਾਇਆ। ਉਹਨਾਂ ਨੇ ਵੀ ਗੰਦ ਦੀ ਲਾਈਨ ਨੂੰ ਕਾਫੀ ਦੇਰ ਉਸ ਨਾਲ ਚਿਮੜੇ ਰਹੇ। ਬਾਅਦ 'ਚ ਜਦੋਂ ਬਿਲਕੁਲ ਪਾਣੀ ਸਿਰੋਂ ਲੰਘ ਗਿਆ, ਬੱਬਰ ਅਕਾਲੀ ਲਹਿਰ ਉੱਠ ਖੜੀ ਹੋਈ। ਪਰ ਅਸੀਂ ਇਹ ਕਹਿਣਾ ਚਾਹੁੰਦੇ ਕਿ ਜਿਹੜਾ ਇਹਨਾਂ ਨਾਲ ਘੱਟੋ ਘੱਟ ਨਾਇਨਸਾਫੀ ਨਾ ਕਰੋ। ਜੋ ਇਨਕਲਾਬੀ ਨੇ ਐਕਸ਼ਨ ਕੀਤੇ ਆ ਉਹਨਾਂ ਨੂੰ ਭੰਡ ਕੇ ਜਾਂ ਉਹਨਾਂ ਨੂੰ ਇਹ ਦੱਸ ਕੇ ਵੀ ਹਿੰਸਾਤਮਕ ਰੁਚੀਆਂ ਤੋਂ ਅਸੀਂ ਪਾਸੇ ਰਹਿਣਾ ਚਾਹੁੰਦੇ ਹਾਂ, ਜਾਂ ਉਹਨਾਂ ਨੂੰ ਨਿਰਾ ਦਹਿਸ਼ਤਗਰਦ ਦੱਸ ਕੇ ਜਿਹੜਾ ਬਿਆਨ ਕਰਨਾ, ਇਹ ਗੱਲਾਂ ਗਲਤ ਸੀਗੀਆਂ। ਔਰ ਮੈਂ ਸਮਝਦਾ ਲੈਫਟ ਦੀ ਵੀ ਭੂਮਿਕਾ ਕਿਤੇ ਨਾ ਕਿਤੇ ਸ਼ੰਕਾਮਈ ਹੈ, ਕਿਉਂਕਿ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਊਧਮ ਸਿੰਘ ਦੇ ਇਤਿਹਾਸ ਨੂੰ ਵੀ ਚੰਗੀ ਤਰ੍ਹਾਂ ਪੇਸ਼ ਕਰਦੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਉਕਾਈ ਉਹਨਾਂ ਵੱਲੋਂ ਵੀ ਹੋਈ ਹੈ, ਕਿਉਂਕਿ ਇੱਕ ਭਗਤ ਸਿੰਘ ਨੂੰ ਜਿਵੇਂ ਉਭਾਰ ਦਿੱਤਾ ਗਿਆ ਇੱਕੋ ਸ਼ਖਸੀਅਤ ਬਣਾ ਕੇ, ਕਲਟ ਬਣਾ ਕੇ ਪੂਜਨਯੋਗ, ਤੇ ਬਾਕੀ ਦੇ ਜਿਹੜੇ ਇਵਨ ਕਰਤਾਰ ਸਿੰਘ ਸਰਾਭਾ ਜਿਹੜਾ ਕਿ ਪ੍ਰੇਰਨਾ ਸਰੋਤ ਸੀ ਭਗਤ ਸਿੰਘ ਦਾ, ਉਹ ਅਜੇ ਲੱਭਦਾ ਨਹੀਂ। ਗਦਰੀ ਯੋਧਾ ਮਹਾਨ, ਉਹਦੀ ਗੱਲ ਕਿੰਨੀ ਛੁਟਿਆ ਕੇ ਕੀਤੀ ਜਾਂਦੀ। ਊਧਮ ਸਿੰਘ ਜਿਸ ਦੀ ਗੱਲ ਕਿੰਨੀ ਛੁਟਿਆ ਕੇ ਕੀਤੀ ਜਾਂਦੀ। ਜਿਹੜੀ ਆਹ ਤੁਸੀਂ ਗੱਲ ਕੀਤੀ ਨਾ ਹਿੰਸਾ ਵਾਲੀ, ਇਹ ਬੜੀ ਦਿਲਚਸਪ ਹੈ। ਇਸ 'ਤੇ ਮੈਂ ਇੱਕ ਪੱਖ 'ਤੇ ਖਾਸ ਚਰਚਾ ਕਰਨੀ ਚਾਹੁੰਦਾ। ਉਹ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਦੀ ਅਹਿੰਸਾਵਾਦੀ ਜਿਹੜੀ ਪਹੁੰਚ ਸੀ ਜਾਂ ਗਾਂਧੀ ਵਾਲੀ ਪਹੁੰਚ, ਉਸ ਗੱਲ ਨੂੰ ਜਿਹੜਾ ਅੱਜ ਵੀ ਜਦੋਂ ਦੁਨੀਆ ਭਰ ਦੀਆਂ ਕੋਟੇਸ਼ਨ ਦੇਖੇ ਕਈ ਵਾਰ ਬਹੁਤ ਮਿਲਦਾ ਹੈ, ਇਸ ਤਰ੍ਹਾਂ ਮਿਲਦਾ। ਇੱਕ ਹੋਰ ਕੋਟੇਸ਼ਨ ਵੀ ਮਿਲਦੀ ਹੈ ਕਿ ਤੁਹਾਡੇ ਇੱਕ ਮੂੰਹ 'ਤੇ ਪਾਸੇ ਜੇ ਕੋਈ ਚਪੇੜ ਮਾਰ ਜੇ ਤਾਂ ਤੁਸੀਂ ਦੂਸਰਾ ਪਾਸਾ ਅੱਗੇ ਕਰ ਦਿਓ ਕਿ ਮੈਂ ਬਰਦਾਸ਼ਤ ਕਰਦਾ। ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹੁੰਦਾ ਕਿ ਇਹ ਅਸਲ 'ਚ ਜਿਹੜਾ ਨਾ ਇਹ ਜਿਹੜਾ ਸਾਡਾ ਵਿਰਾਸਤੀ ਪੱਖ ਹੈ, ਇਹ ਤਾਂ ਪਹਿਲਾਂ ਦਾ ਸਾਡੇ ਕੋਲ ਹੈ। ਅਸੀਂ ਜਦੋਂ ਆਪਣੇ ਇਤਿਹਾਸ ਨੂੰ, ਸਾਡੇ ਕੋਲ ਹੁਣ ਤਾਂ ਸਰੋਤ ਹੈ, ਗੁਰੂ ਗ੍ਰੰਥ ਸਾਹਿਬ ਬਹੁਤ ਵੱਡੇ ਸਰੋਤ ਨੇ, ਸਾਡੇ ਕੋਲ ਸੋਰਸਿਸ ਨੇ। ਬਾਬਾ ਫਰੀਦ ਜੀ ਦੀ ਰਚਨਾ ਉੱਥੇ ਅੰਕਿਤ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਐਨ ਸੰਪਾਦਨ ਕਰਕੇ ਮੋਹਰ ਲਾ ਦਿੱਤੀ ਵੀ ਆਹ ਬਾਬਾ ਫਰੀਦ ਦੇ ਖਾਤੇ 'ਚ ਹੈ, ਉਹਨਾਂ ਦੀ ਲਿਖਤ ਹੈ। ਉਹਦੇ 'ਚ ਸਲੋਕ ਆਉਂਦਾ ਹੈ, ਬਾਬਾ ਫਰੀਦ ਜੀ ਦਾ ਸਲੋਕ ਹੈ, ਫਰੀਦਾ ਜੋ ਤਨ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਜਿਹੜੇ ਤੇਰੇ ਨਾਲ ਇਹ ਵੀ ਕਰਦੇ ਨੇ ਤੂੰ ਉਹਨਾਂ ਦੇ ਉੱਪਰ ਵੀ ਜ਼ੁਲਮ ਨਾ ਕਰ। ਇਹ ਤਾਂ ਕਦੋਂ ਦਾ ਕਿਹਾ? ਇਹ ਜੇ ਸਟੇਟਮੈਂਟ ਹੀ ਹੈ, ਕਿਸੇ ਨੇ ਲਿਖੀ ਹੈ ਕਿ ਬਾਬਾ ਫਰੀਦ ਦੀ ਹੈ ਐਕਚੁਅਲ ਸਟੇਟਮੈਂਟ ਹੈ। ਫਿਰ ਤੁਸੀਂ ਉਦੋਂ ਬਾਅਦ ਆ ਜਾਓ, ਗੁਰੂ ਅਰਜਨ ਦੇਵ ਜੀ ਦੀ ਗੱਲ ਕਰੋ। ਗੁਰੂ ਅਰਜਨ ਦੇਵ ਜੀ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਉਸੇ ਭਾਣੇ ਦੇ ਵਿੱਚ ਰਹਿ ਕੇ ਗੁਰੂ ਅਰਜਨ ਦੇਵ ਜੀ ਇਹ ਕਹਿੰਦੇ ਨੇ, ਗਰੀਬੀ ਗਦਾ ਹਮਾਰੀ। ਗਰੀਬੀ ਇੱਥੇ ਨੰਗ ਭੁੱਖ ਦਾ ਨਾਂ ਨਹੀਂ, ਗਰੀਬੀ ਨਿਮਰਤਾ ਦਾ ਨਾਂ, ਸਹਿਣਸ਼ੀਲਤਾ ਦਾ ਨਾਂ, ਨਿਰਮਾਣਤਾ ਦਾ ਨਾਂ। ਪਰ ਨਾਲ ਹੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ, ਪਰ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਆ ਗਈਆਂ, ਭਗਤੀ ਤੇ ਸ਼ਕਤੀ ਆ ਗਈ, ਰਾਜ ਸੱਤਾ ਸਾਰੀ ਜਿਹੜੀ ਹੈ ਕਾਇਮੀ ਦਾ ਇੱਕ ਮਿਸਾਲ ਆ ਗਈ। ਗੁਰੂ ਹਰਗੋਬਿੰਦ ਸਾਹਿਬ ਨੇ ਮਿਸਾਲ ਪੈਦਾ ਕਰ ਦਿੱਤੀ ਕਿ ਜੇ ਸ਼ਾਂਤੀ ਹੈ ਤਾਂ ਉਸ ਦੇ ਨਾਲ ਸ਼ਮਸ਼ੀਰ ਵੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤੇ ਐਨ ਚੜ੍ਹਦੀ ਕਲਾ ਦਾ ਕੌਮ ਨੂੰ ਵਿਰਾਸਤ ਦਿੱਤੀ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਵਿੱਚੇ ਸ਼ਹਾਦਤਾਂ ਵੀ ਹੁੰਦੀਆਂ ਸਨ, ਵਿੱਚੇ ਕੁਰਬਾਨੀਆਂ ਦੇ ਨਾਲ। ਇਹੀ ਗਦਰੀ ਬਾਬਿਆਂ ਦੇ ਅੰਦਰ ਸੀ ਕਿ ਜਿੱਥੇ ਸਹਿਣ ਸ਼ਕਤੀ ਹੈ ਉੱਥੇ ਉਹਨੂੰ ਵੀ ਕਾਇਮ ਰੱਖਣਾ, ਜਿੱਥੇ ਜ਼ੁਲਮ ਨੂੰ ਟਾਕਰਾ ਦੇਣਾ। ਪਰ ਇੱਥੇ ਆ ਕੇ ਹੀਣ ਭਾਵਨਾ ਪੈਦਾ ਹੋ ਗਈ ਕਿ ਇੱਕੋ ਇੱਕ ਤਰੀਕਾ ਹੈ ਕਿ ਇਹ ਜਿਹੜਾ ਅਹਿੰਸਾਵਾਦੀ ਤਰੀਕਾ, ਬਸ ਆਹੀ ਤਰੀਕਾ ਸਾਡਾ ਸਹੀ ਹੈ, ਦੂਜਾ ਗਲਤ ਹੈ। ਜਦੋਂ ਕਿ ਸਾਡੇ ਇਤਿਹਾਸ ਨੇ ਦੋਨਾਂ ਤਰੀਕਿਆਂ ਨੂੰ ਅਪਣਾਇਆ ਤੇ ਦੋਨਾਂ ਦਾ ਸਤਿਕਾਰ ਕੀਤਾ। ਪਹਿਲੀ ਗੱਲ ਹੈ ਕਿ ਜਿਹੜੇ ਭਾਰਤ ਦੀਆਂ ਹਾਕਮ ਜਮਾਤਾਂ ਨੇ ਜੀ, ਚਾਹੇ ਉਹ ਕਾਂਗਰਸੀ ਹੋਣ ਤੇ ਚਾਹੇ ਜਨਸੰਘੀ ਹੋਣ, ਉਹਨਾਂ ਨੂੰ ਅਹਿੰਸਾ ਦਾ ਪਾਠ ਪੜਾਉਣਾ ਨਹੀਂ ਚਾਹੀਦਾ ਲੋਕਾਂ ਨੂੰ। ਕਿਉਂਕਿ ਉਹ ਸਭ ਤੋਂ ਵੱਡਾ ਝੂਠ ਇਹ ਹੈ ਕਿ ਜਦੋਂ ਲੋਕਾਂ ਨੂੰ ਕਹਿੰਦੇ ਕਿ ਅਹਿੰਸਾ ਜ਼ਰੂਰੀ ਹੈ ਜਾਂ ਸਾਡਾ ਅਹਿੰਸਾ 'ਚ ਵਿਸ਼ਵਾਸ ਹੈ। ਇੰਡੀਅਨ ਸਟੇਟ ਕਿੰਨਾ ਕੁ ਅਹਿੰਸਾਵਾਦੀ ਹੈ ਇਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਹਨੂੰਮਾਨ ਦੀ ਪੂਛ ਵਾਂਗ ਉਹਨਾਂ ਦਾ ਡਿਫੈਂਸ ਬਜਟ ਹਰ ਸਾਲ ਵਧੀ ਜਾਂਦਾ ਜੀ। ਮਾਰੂ ਹਥਿਆਰਾਂ ਨਾਲ ਲੈਸ ਨੇ, ਲੋਕਾਂ ਦੇ ਉੱਤੇ ਜ਼ਬਰ ਢਾਉਂਦੇ ਨੇ, ਆਪਣੇ ਹੀ ਲੋਕਾਂ ਦੇ ਉੱਤੇ। ਉਹ ਕਿਹੜੇ ਮੂੰਹ ਨਾਲ ਅਹਿੰਸਾ ਦੀ ਗੱਲ ਕਰਦੇ ਨੇ? ਉਸ ਗੱਲ ਦੀ ਕੋਈ ਸੈਂਸ ਨਹੀਂ ਬਣਦੀ। ਨੋਟਾਂ ਤੇ ਗਾਂਧੀ ਦੀ ਫੋਟੋ ਹੈ ਤੇ ਤੁਹਾਡੇ ਐਕਸ਼ਨ ਕੀ ਨੇ? ਇਸ ਕਰਕੇ ਉਸ ਗੱਲ ਦੀ ਕੋਈ ਸੈਂਸ ਨਹੀਂ ਬਣਦੀ। ਪਰ ਮੈਂ ਰੈਜ਼ਿਸਟੈਂਸ ਦੇ ਐਂਗਲ ਤੋਂ ਗੱਲ ਕਰੂੰਗਾ। ਮੈਨੂੰ ਇਸ ਗੱਲ ਨਾਲ ਕੋਈ ਲੈਣ ਦੇਣਾ ਨਹੀਂ ਕਿ ਹਾਕਮ ਜਮਾਤਾਂ ਕੀ ਕਹਿ ਰਹੀਆਂ ਤੇ ਕਾਂਗਰਸ ਕੀ ਕਹਿ ਰਹੀ ਤੇ ਬੀਜੇਪੀ ਕੀ ਕਹਿ ਰਹੀ ਹੈ। ਉਹ ਤਾਂ ਉਹਨਾਂ ਦੇ ਵਿਚਾਰ, ਉਹਨਾਂ ਨੂੰ ਮੁਬਾਰਕ ਹੋਣ। ਰੈਜ਼ਿਸਟੈਂਸ ਜਿਹੜੇ ਲੋਕ ਕਰਦੇ ਆ, ਜਿਹੜੇ ਲੜਾਈ ਦੇ ਰਹੇ ਸਿਸਟਮ ਨੂੰ, ਉਹਨਾਂ ਕੋਲ ਸਾਰੇ ਤਰੀਕੇ ਆ। ਜਿਹਦੀ ਸਮਰੱਥਾ ਨਹੀਂ ਹੈ ਹਥਿਆਰ ਚੁੱਕਣ ਦੀ, ਉਹ ਠੀਕ ਹੈ ਹਿੰਸਾਤਮਕ ਢੰਗ ਨਾਲ ਲੜ ਸਕਦਾ, ਔਰ ਲੜ ਵੀ ਰਹੇ ਲੋਕੀ। ਸੱਤਿਆਗ੍ਰਹਿ ਜਿਹਨੂੰ ਅਸੀਂ ਕਹਿੰਦੇ ਇੱਕ ਤਰੀਕਾ ਉਹ ਹੈ।
ਹਾਂਜੀ ਜਿਵੇਂ ਕਿ ਜੀਐਨ ਸਾਈ ਬਾਬਾ ਵਰਗੇ ਪ੍ਰੋਫੈਸਰ ਜੇਲ੍ਹ 'ਚ ਸਾੜੇ ਜਾ ਰਹੇ ਹੋਣ ਅੱਜ, ਜਾਂ ਸਾਰਾ ਕੁਝ ਅਸੀਂ ਵੇਖ ਰਹੇ ਹਾਂ। ਦੂਜੇ ਪਾਸੇ ਉਹ ਵੀ ਨੇ ਜਿਨ੍ਹਾਂ ਨੇ ਸਿਰਾਂ ਦੇ ਕਫਨ ਬੰਨੇ ਹੋਏ ਆ। ਹਾਂ, ਛੱਤੀਸਗੜ੍ਹ 'ਚ ਜਿਨ੍ਹਾਂ ਨੇ ਹਥਿਆਰ ਚੁੱਕੇ ਹੋਏ ਆ, ਕਸ਼ਮੀਰ 'ਚ ਹਥਿਆਰ ਚੁੱਕੇ ਹੋਏ, ਪੰਜਾਬ 'ਚ ਇੱਕ ਦੌਰ 'ਚ ਲੋਕਾਂ ਨੂੰ ਹਥਿਆਰ ਚੁੱਕਣੇ ਪਏ, ਨਕਸਲਵਾੜੀ ਲਹਿਰ ਨਾਲ ਜੁੜੇ ਹੋਏ ਲੋਕਾਂ ਨੂੰ ਹਥਿਆਰ ਚੁੱਕਣੇ ਪਏ। ਰੈਜ਼ਿਸਟੈਂਸ ਜਿਹੜੀ ਚੱਲਦੀ ਆ ਉਸ ਦੇ ਉੱਤੇ ਪਹੁੰਚ ਸਾਡੀ ਇਹ ਹੋਣੀ ਚਾਹੀਦੀ ਕਿ ਜਿਹੜੇ ਲੋਕ ਰੈਜ਼ਿਸਟੈਂਸ ਦੇ ਰਹੇ ਆ ਸਾਡੀ ਉਹਨਾਂ ਪ੍ਰਤੀ ਪਹੁੰਚ ਵਿਸ਼ਾਲ ਹੋਣੀ ਚਾਹੀਦੀ, ਸਟੇਟ ਦੇ ਖਿਲਾਫ ਹੋਣੀ ਚਾਹੀਦੀ। ਕਾਂਗਰਸੀਆਂ ਨੇ ਉਦੋਂ ਸਭ ਤੋਂ ਵੱਡਾ ਧਰੋਹ ਇਹ ਕੀਤਾ ਕਿ ਜਦੋਂ ਊਧਮ ਸਿੰਘ ਨੇ ਐਕਸ਼ਨ ਕੀਤਾ ਜਾਂ ਭਗਤ ਸਿੰਘ ਨੇ ਕੋਈ ਐਕਸ਼ਨ ਕੀਤਾ, ਤੁਸੀਂ ਨਹੀਂ ਉਹਨਾਂ ਦੇ ਤਰੀਕੇ ਨਾਲ ਸਹਿਮਤ, ਘੱਟੋ ਘੱਟ ਤੁਸੀਂ ਇਹ ਤਾਂ ਕਹਿ ਸਕਦੇ ਹੋ ਨਾ ਕਿ ਬਰਤਾਨਵੀ ਹੁਕੂਮਤ ਸੋਚੇ ਕਿ ਇਹ ਕਿਉਂ ਹੋਇਆ। ਹਾਂ, ਇਹ ਜ਼ਿੰਮੇਵਾਰੀ ਤੁਹਾਡੀ ਹੈ, ਬਿਲਕੁਲ ਤੁਹਾਡੇ ਐਕਸ਼ਨਾਂ ਕਰਕੇ ਰਿਐਕਸ਼ਨ ਹੋਇਆ। ਇਹ ਕਹਿਣ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਬਿਲਕੁਲ ਭੰਡੀ ਕਰਤੀ ਉਹਨਾਂ ਦੀ। ਔਰ ਉਹਦੇ ਨਾਲ ਕੀ ਹੋਇਆ, ਜਿਹੜੀ ਲੜਾਈ ਜੇ ਉਹ ਇਕੱਠੇ ਲੜਦੇ ਮੋਢੇ ਨਾਲ ਮੋਢਾ ਲਾ ਕੇ, ਠੀਕ ਹੈ ਤੁਹਾਡਾ ਆਪਣਾ ਤਰੀਕਾ ਸਾਡਾ ਆਪਣਾ ਤਰੀਕਾ, ਸਾਡਾ ਆਪਸ ਵਿੱਚ ਕੋਈ ਵਿਰੋਧ ਨਹੀਂ, ਸ਼ਾਇਦ ਇਤਿਹਾਸ ਹੀ ਹੋਰ ਹੁੰਦਾ। ਬਿਲਕੁਲ ਜੀ। ਹੁਣ ਇਹ ਲੜਾਈ ਅੱਜ ਵੀ ਚੱਲ ਰਹੀ ਹੈ। ਕਈ ਵਾਰੀ ਕੀ ਹੁੰਦਾ, ਰੈਜ਼ਿਸਟੈਂਸ ਦੇਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਲੱਭੇ ਹੋਏ। ਹਾਂਜੀ, ਇੱਕ ਦੂਜੇ ਦੀ ਠਿੱਠ ਕਰਨੀ, ਇੱਕ ਦੂਜੇ ਦੀ ਭੰਡੀ ਕਰਨੀ, ਉਹ ਗੱਲਾਂ ਠੀਕ ਨਹੀਂ ਗਈਆਂ। ਸਾਂਝਾ ਦੁਸ਼ਮਣ ਜਿਹੜਾ ਉਸ ਚੀਜ਼ ਦਾ ਫਾਇਦਾ ਚੁੱਕ ਜਾਂਦਾ। ਬ੍ਰਿਟਿਸ਼ ਗਵਰਨਮੈਂਟ ਨੇ ਵੀ ਚੱਕਿਆ, ਹੁਣ ਦੀਆਂ ਸਰਕਾਰਾਂ ਵੀ ਚੱਕ ਰਹੀਆਂ। ਆਪਸ 'ਚ ਹੀ ਲੋਕ ਛਿੱਤਰੋ ਛਿੱਤਰੀ ਨੇ। ਕੋਈ ਕਹਿੰਦਾ ਜੀ ਮੇਰਾ ਤਰੀਕਾ ਸਹੀ ਹੈ ਕਿ ਮੈਂ ਹਥਿਆਰਬੰਦ ਲੜਾਈ 'ਚ ਵਿਸ਼ਵਾਸ ਰੱਖਦਾ, ਕੋਈ ਕਹਿੰਦਾ ਮੇਰਾ ਤਰੀਕਾ ਠੀਕ ਹੈ, ਸੱਤਿਆਗ੍ਰਹਿ 'ਚ ਮੇਰਾ ਵਿਸ਼ਵਾਸ ਹੈ। ਮੇਰਾ ਇਹ ਮੰਨਣਾ ਕਿ ਦੋਨੇ ਲੜਾਈਆਂ ਆਪਣੀ ਥਾਂ 'ਤੇ ਠੀਕ ਹੈ, ਦੋਨਾਂ ਦੀ ਲੋੜ ਹੈ। ਆਬਾਦੀ ਦਾ ਇੱਕ ਹਿੱਸਾ ਉਹ ਵੀ ਹੈ ਜਿਹੜਾ ਨਹੀਂ ਹਥਿਆਰ ਚੱਕ ਸਕਦਾ, ਆਬਾਦੀ ਦਾ ਉਸ ਦੇ ਲਈ ਤਿਆਰ ਨਹੀਂ। ਆਬਾਦੀ ਦਾ ਉਹ ਹਿੱਸਾ ਜਿਹੜਾ ਹਥਿਆਰ ਚੱਕਣ ਲਈ ਤਤਪਰ ਹੈ ਕਿਉਂਕਿ ਉਸ ਕੋਲ ਚਾਰਾ ਕੋਈ ਨਹੀਂਗਾ। ਹਥਿਆਰ ਚੱਕਣ ਤੋਂ ਬਿਨਾਂ ਚਾਰਾ ਕੋਈ ਨਹੀਂਗਾ। ਮੈਂ ਜ਼ੋਰ ਦੇ ਕੇ ਗੱਲ ਕਹਿ ਰਿਹਾ। ਮੈਂ ਕੋਈ ਇਸ ਗੱਲ ਦਾ ਇਹ ਅਰਥ ਨਾ ਲਵੇ ਕਿ ਮੈਂ ਉਹ ਕੋਈ ਉਹਨਾਂ ਦੇ ਮਤਲਬ ਕੀ ਕਹਿੰਦੇ। ਮੇਰੇ ਕੋਲ ਮਿਸਾਲ ਹੈ ਜੀ, ਦੇਖੋ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਵੱਡੇ, ਜੇ ਅਸੀਂ ਬਲਸ਼ਾਲੀ ਯੋਧੇ ਆ, ਗੁਰੂ ਹਰਗੋਬਿੰਦ ਸਾਹਿਬ ਬਾਰੇ ਕਹਿੰਦੇ ਬੜ ਯੋਧਾ ਵੋ ਪਰਉਪਕਾਰੀ, ਉਹਨਾਂ ਨੇ ਕਿਉਂ ਹਥਿਆਰ ਚੱਕਿਆ? ਗੁਰੂ ਗੋਬਿੰਦ ਸਿੰਘ ਜੀ ਆਪ ਜਿਹੜਾ ਉਹਨਾਂ ਦੇ ਬਕਾਇਦਾ ਤੌਰ 'ਤੇ ਜਦੋਂ ਅਸੀਂ ਉਹਨਾਂ ਦੇ ਸ਼ਬਦ ਅੰਕਿਤ ਕੀਤੇ ਮਿਲਦੇ ਨੇ, ਚੁੰਕਾਰ ਅਜ਼ਮਾਈਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਮੈਂ ਉਹੀ ਕਹਿ ਰਿਹਾ ਸੀ ਕਿ ਉਹਨਾਂ ਨੇ ਜਦੋਂ ਕਿਹਾ ਕੋਈ ਸਾਰੇ ਰਾਹ ਮੁੱਕ ਜਾਣ, ਹਥਿਆਰ ਚੁੱਕਣਾ ਜਾਇਜ਼ ਆ ਜੀ, ਪਰ ਸਿੱਖ ਇਤਿਹਾਸ ਵਿੱਚ ਸਾਡੇ ਕੋਲ ਮਿਸਾਲਾਂ ਨੇ। ਰੈਜ਼ਿਸਟੈਂਸ ਹਰ ਇੱਕ ਗੁਰੂ ਨੇ ਦਿੱਤੀ ਆ ਜੀ, ਰੈਜ਼ਿਸਟੈਂਸ ਹਰ ਗੁਰੂ ਨੇ ਦਿੱਤੀ ਆ। ਗੁਰੂ ਹਰਗੋਬਿੰਦ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰ ਚੁੱਕੇ ਆ, ਸ਼ਸਤਰਧਾਰੀ ਹੋਏ ਨੇ ਉਹ ਜੀ, ਪਰ ਵਿੱਚ ਵਿਚਾਲੇ ਜਿਹੜੇ ਗੁਰੂ ਸੀਗੇ ਉਹਨਾਂ ਨੇ ਰੈਜ਼ਿਸਟੈਂਸ ਦਾ ਵਿਰੋਧ ਨਹੀਂ ਕੀਤਾ ਕਦੇ ਵੀ। ਰੈਜ਼ਿਸਟੈਂਸ ਉਹਨਾਂ ਨੇ ਵੀ ਦਿੱਤੀ, ਬਿਲਕੁਲ ਤਰੀਕਾ ਉਹਨਾਂ ਦਾ ਵੱਖਰਾ ਸੀਗਾ। ਬਿਲਕੁਲ। ਗੁਰੂ ਨਾਨਕ ਦੇਵ ਜੀ ਜੇਲ੍ਹ 'ਚ ਗਏ, ਕਿਉਂ ਗਏ ਸੀ ਉੱਥੇ? ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਖੁਦ ਤੇਗਾਂ ਮਾਰੀਆਂ, ਤਾਂ ਹੀ ਉਹਨਾਂ ਦਾ ਨਾਂ ਤੇਗ ਬਹਾਦਰ ਪਿਆ। ਜਿੱਦਾਂ ਤਿਆਗਮਲ ਨਾ ਉਹਨਾਂ ਦਾ ਨਾਂ ਰਹਿੰਦਾ, ਤਿਆਗਮਲ ਤੋਂ ਤੇਗ ਬਹਾਦਰ ਤਾਂ ਬਣੇ ਕਿਉਂਕਿ ਤੇਗਾਂ ਉਹਨਾਂ ਨੇ ਵਾਰੀਆਂ ਉੱਥੇ, ਤੇਗ ਚਲਾਈ ਲੜਾਈ ਦੇ ਮੈਦਾਨ ਦੇ ਵਿੱਚ। ਸੋ ਇਹਨਾਂ ਨੇ ਵੀ ਮਤਲਬ ਰੈਜ਼ਿਸਟੈਂਸ ਸਾਰਿਆਂ ਨੇ ਦਿੱਤੀ ਆ। ਰੈਜ਼ਿਸਟੈਂਸ ਨੂੰ ਸਮਝਣਾ ਚਾਹੀਦਾ। ਰੈਜ਼ਿਸਟੈਂਸ ਆਪਣੇ ਆਪ 'ਚ ਬਹੁਤ, ਉਸ ਦੇ ਵਿੱਚ ਵੀ ਵੰਨ-ਸੁਵੰਨਤਾ ਹੈ। ਲੜਾਈ ਦੇਣ ਦੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ। ਕੋਈ ਸ਼ਾਸਤਰ ਚੁੱਕਦਾ, ਕੋਈ ਸ਼ਸਤਰ ਚੁੱਕਦਾ। ਇਹ ਦੋ ਵੱਖਰੀਆਂ ਵੱਖਰੀਆਂ ਤਰੀਕਿਆਂ ਨਾਲ ਚੱਲਦੀਆਂ। ਪਰ ਜੇ ਤਾਂ ਅਸੀਂ ਉਹਨਾਂ ਨੂੰ ਨਾਲ ਜੋੜ ਕੇ ਗੱਲ ਕਰੀਏ ਸਾਂਝੇ ਦੁਸ਼ਮਣ ਦੇ ਖਿਲਾਫ, ਸਥਾਪਿਤ ਦੇ ਖਿਲਾਫ, ਫਿਰ ਤਾਂ ਆਨੰਦ ਹੀ ਆਨੰਦ। ਪਰ ਜਿਹੜਾ ਕੰਮ ਫੜਿਆ ਹੋਇਆ ਕਿ ਇੱਕ ਦੂਜੇ ਦੀ ਭੰਡੀ ਕਰਨੀ, ਮੇਰਾ ਖਿਆਲ ਇਹਦੇ 'ਚ ਕੱਢਣ ਪਾਉਣ ਨੂੰ ਕੁਛ ਨਹੀਂਗਾ। ਉਲਟਾ ਤੁਹਾਡਾ ਦੁਸ਼ਮਣ ਜਿਹੜਾ ਹੈ ਉਹੀ ਤਕੜਾ ਹੁੰਦਾ। ਮੈਂ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਉਸ ਡਾਇਰੀ ਨੂੰ ਕਈ ਵਾਰੀ ਧਿਆਨ 'ਚ ਆਉਂਦਾ ਕਿ ਦੇਖੋ ਇੱਕ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗ੍ਰੰਥੀ, ਪ੍ਰਚਾਰਕ, ਗੁਰਬਾਣੀ ਦਾ ਪ੍ਰਚਾਰ ਕਰ ਰਹੇ, ਪਰ ਉਹਨਾਂ ਨੇ ਬਹੁਤ ਚੇਤਨਾ ਪੱਧਰ 'ਤੇ ਮਾਈਕਲ ਐਡਵਾਇਰ ਵਰਗਿਆਂ ਨੂੰ, ਉਸ ਵੇਲੇ ਦੇ ਜਿਹੜੇ ਲਾਰਡ ਸਨ ਉਹਨਾਂ ਤੱਕ ਨੂੰ ਸੰਬੋਧਨ ਕਰਕੇ ਬੋਲਿਆ, ਲਿਖਿਆ, ਲੋਕਾਂ ਨੂੰ ਲਾਮਬੰਦ ਕੀਤਾ। ਪਰ ਜਦੋਂ ਸ਼ਹਾਦਤ ਹੋਈ ਤਾਂ ਉਹਨਾਂ ਦੇ ਕੋਲ ਜਿਹੜੀਆਂ ਚੀਜ਼ਾਂ ਸਨ ਉਹਨਾਂ 'ਚੋਂ ਇੱਕ ਡਾਇਰੀ ਮਿਲੀ, ਜਿਹੜੀ ਡਾਇਰੀ ਦੇ ਉੱਪਰ ਇਹ ਲਫ਼ਜ਼ ਸਨ, ਜਦ ਧਿਰ ਉਪਾਵਾਂ ਦੀ ਹਾਰ ਦੀਏ ਤਦ ਜਾਇਜ਼ ਵਰਤੋਂ ਹਥਿਆਰ ਦੀਏ। ਇੱਕ ਗੁਰੂ ਦੇ ਗ੍ਰੰਥੀ ਸਿੰਘ ਨੇ, ਦੇਸ਼ ਭਗਤ ਯੋਧੇ ਨੇ, ਗਦਰੀ ਬਾਬੇ ਨੇ ਇਹ ਸ਼ਬਦ ਲਿਖ ਕੇ ਸਾਡੇ ਸਾਹਮਣੇ ਐਗਜ਼ਾਮਪਲ ਰੱਖਤੀ। ਇਤਿਹਾਸ ਸਾਡੀ ਮਿਸਾਲ ਹੈ। ਉਸ ਤੋਂ ਬਾਅਦ ਵਰਤਮਾਨ ਸਮੇਂ ਵੀ ਅਸੀਂ ਅੱਜ ਦੇਖ ਰਹੇ ਹਾਂ। ਪਰ ਜਦੋਂ ਇਹ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਦੇ ਖਿਲਾਫ ਲੜਨ ਵਾਲਾ ਯੋਧਾ, ਮਹਾਨ ਸ਼ਹੀਦ ਊਧਮ ਸਿੰਘ, ਉਸ ਵੇਲੇ ਹਥਿਆਰ ਚੁੱਕ ਕੇ ਉਸ ਜ਼ਾਲਮ ਨੂੰ ਜਿਹੜਾ ਨਸਲਵਾਦੀ ਹੈ ਸੋਧਦਾ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਉਸ ਤੋਂ ਬਹੁਤ ਵਰ੍ਹੇ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਭਾਈ ਮੇਵਾ ਸਿੰਘ ਜੀ ਲੋਪੋ ਕੇ ਉਸ ਵੇਲੇ ਦੇ ਹੌਪਕਿੰਸਨ ਨੂੰ ਇਸੇ ਤਰ੍ਹਾਂ ਹੀ ਸੋਧਦੇ ਨੇ, ਹਥਿਆਰ ਚੱਕ ਕੇ ਉਸ ਦਾ ਅੰਤ ਕਰਦੇ ਨੇ। ਜੋ ਉਹ ਕਹਿੰਦੇ ਨੇ ਕਿ ਮੇਰਾ ਮਕਸਦ ਨਾ ਇਹ ਰੰਗ ਨਸਲ ਦਾ ਇਹਦੇ ਨਾਲ ਫਰਕ ਹੈ, ਮੇਰਾ ਮਕਸਦ ਸੀ ਇਸ ਸੋਚ ਦੇ ਖਿਲਾਫ ਇਹ ਲੜਾਈ ਦਾ ਜਿਹੜੀ ਕਿ ਮਨੁੱਖਤਾ ਦੇ ਮੱਥੇ 'ਤੇ ਕਲੰਕ ਹੈ, ਉਹੀ ਸ਼ਹੀਦ ਊਧਮ ਸਿੰਘ ਕਹਿ ਰਿਹਾ। ਫਿਰ ਉਸ ਦੀ ਭੰਡੀ ਕਰਨਾ, ਉਸ ਨੂੰ ਆਈਸੋਲੇਟ ਕਰਨਾ, ਜਾਂ ਉਸ ਵੇਲੇ ਲੰਡਨ ਦੇ ਵਿੱਚ ਇਹ ਮਾਹੌਲ ਕ੍ਰੀਏਟ ਕਰਨਾ ਕਿ ਅਸੀਂ ਤਾਂ ਤੁਹਾਡੇ ਨਾਲ ਆ। ਫਿਰ ਉਹ ਸੀਨ ਲੈ ਲਓ। ਅਤੇ 84 ਦੇ ਵਿੱਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ,
ਸਿਮਿਲਰ ਸਿਚੁਏਸ਼ਨ ਹੈ ਕਿ ਮੂੰਹ 'ਚ ਘੁੰਗਣੀਆਂ ਪਾ ਲਈਆਂ, ਜ਼ੁਬਾਨ ਤੋਂ ਬੋਲੇ ਨਾ, ਜ਼ੁਲਮ ਹੋ ਰਿਹਾ, ਤੁਸੀਂ ਆਵਾਜ਼ ਨਾ ਬੁਲੰਦ ਕੀਤੀ। ਇਹੋ ਜਿਹੇ ਲੋਕ ਜਿਹੜੇ ਹਨ, ਫਿਰ ਹਾਲਾਤ ਤਾਂ ਜਿਹੜੇ ਆ ਲੋਕਾਂ ਦੇ ਹੱਕ 'ਚ ਨਹੀਂ, ਲੋਕਾਂ ਦੇ ਵਿਰੁੱਧ ਚੱਲ ਰਹੇ ਸਨ। ਉਹ ਗੱਲ ਇਸ ਤਰ੍ਹਾਂ ਕਿ ਇਤਿਹਾਸ ਤੋਂ ਕੁਛ ਨਾ ਕੁਛ ਸਿੱਖਣਾ ਚਾਹੀਦਾ ਇਨਸਾਨਾਂ ਨੂੰ। ਜੀ ਗਲਤੀਆਂ ਤਾਂ ਹਰ ਇੱਕ ਇਨਸਾਨ ਕਰਦਾ ਹੀ ਆ। ਜੀ ਅਸੀਂ ਸਾਰੇ ਇਵੋਲਵ ਹੁੰਦੇ ਹਾਂ, ਸਾਰੇ ਰੋਜ਼ਾਨਾ ਹੀ ਵਿਕਸਿਤ ਹੁੰਦੇ ਹਾਂ। ਜੀ ਜ਼ਰੂਰੀ ਨਹੀਂ ਕਿ ਜੋ ਅੱਜ ਮੈਂ ਹਾਂ ਕੱਲ੍ਹ ਵੀ ਇਹੀ ਹੋਊਗਾ। ਬਿਲਕੁਲ। ਤੇ ਇਸ ਤਰੀਕੇ ਨਾਲ ਜਿਹੜਾ ਅਸੀਂ ਵੇਖਦੇ ਹਾਂ ਕਿ ਜਦੋਂ ਜਰਨੈਲ ਸਿੰਘ ਪੱਤਰਕਾਰ ਜਿਸ ਨੇ ਆਪਣਾ ਵਿਰੋਧ ਪ੍ਰਗਟਾਉਣ ਲਈ ਚਿਦੰਬਰਮ ਨੂੰ ਜੁੱਤੀ ਕੱਢ ਕੇ ਮਾਰੀ, ਜੀ ਵੱਖਰੇ ਵੱਖਰੇ ਲੋਕਾਂ ਦੇ ਬਿਆਨ ਆਏ। ਸਿੱਤਮ ਦੀ ਗੱਲ ਸੀ ਕਿ ਸਿੱਖ ਭਾਈਚਾਰੇ ਦੇ ਜਿਹੜੇ ਅਖੌਤੀ ਲੀਡਰ, ਹਾਂਜੀ, ਉਹ ਉਸ ਦੇ ਖਿਲਾਫ ਬਿਆਨ ਦੇ ਰਹੇ ਆ, ਚਾਹੇ ਪਰਮਜੀਤ ਸਿੰਘ ਸਰਨਾ ਹੋਇਆ, ਚਾਹੇ ਕੋਈ ਹੋਇਆ, ਚਾਹੇ ਕੋਈ ਹੋਇਆ। ਉਲਟ ਗੱਲ ਇਹ ਕਿ CPM ਦੇ ਪ੍ਰਕਾਸ਼ ਕਰਤ ਸੀਗੇ ਲੀਡਰ ਉਦੋਂ, ਉਹ ਇਹ ਕਹਿ ਰਹੇ ਆ ਕਿ ਜਿਹੜਾ ਇਹ ਜੁੱਤੀ ਤਾਂ ਉਸ ਪੱਤਰਕਾਰ ਨੇ ਸੁੱਟੀ ਹੈ ਕਿ ਸਿਸਟਮ ਇਨਸਾਫ ਦੇਣ 'ਚ ਫੇਲ ਹੋਇਆ। ਹਾਂ, CBI ਉਹਨਾਂ ਲੋਕਾਂ ਦਾ ਪੱਖਪਾਤ ਕਰ ਰਹੀ ਹੈ ਜਿਹੜੇ ਲੋਕ ਕਤਲੇਆਮ 'ਚ ਸ਼ਾਮਲ ਸੀਗੇ। ਬਿਲਕੁਲ। ਇਹ ਵੀ ਗੱਲ ਕਹਿਣ ਦੀ ਜ਼ਰੂਰਤ ਚਾਹੀਦੀ ਹੈ। ਜੀ, ਹਾਲਾਂਕਿ ਉਹ ਜੁੱਤੀ ਵਾਲਾ ਐਕਸ਼ਨ ਕੋਈ ਐਡਾ ਵੱਡਾ ਹਿੰਸਕ ਐਕਸ਼ਨ ਵੀ ਨਹੀਂ ਸੀਗਾ, ਜੀ, ਸਿੰਬੋਲਿਕ ਐਕਸ਼ਨ ਸੀ। ਬਿਲਕੁਲ। ਪਰ ਮੈਂ ਕਹਿਣਾ ਇਹ ਚਾਹ ਰਿਹਾ ਕਿ ਜਦੋਂ ਕੋਈ ਜ਼ੁਲਮ ਹੁੰਦਾ, ਉਸ ਦੇ ਪ੍ਰਤੀਕਰਮ ਵਜੋਂ ਕੋਈ ਵਿਅਕਤੀ ਆਪਣਾ ਰੋਹ ਪ੍ਰਗਟਾਉਂਦਾ, ਤਾਂ ਇੱਕ ਵਧੀਆ ਲੀਡਰ ਦੀ ਨਿਸ਼ਾਨੀ ਇਹ ਹੈ ਕਿ ਉਹ ਲੋਕਾਂ ਦੀ ਜਿਹੜੀ ਉਹ ਸਪੀਡ ਨੂੰ ਭਾਂਪ ਕੇ ਉਸ ਤਰ੍ਹਾਂ ਦੀ ਗੱਲ ਕਰੇ। ਬਿਲਕੁਲ। ਕਿ ਉਹ ਜੇ ਹੋਛੇ ਬਿਆਨਾਂ ਦਾ ਕੋਈ ਮਤਲਬ ਨਹੀਂਗਾ। ਅਫਸੋਸ ਦੀ ਗੱਲ ਹੈ ਸਾਡੇ ਇੱਥੇ ਅੱਜ ਵੀ ਇਹੋ ਜਿਹੇ ਸੋ ਕਾਲਡ ਇੱਥੇ ਬੁੱਧੀਜੀਵੀ ਤੁਰੇ ਫਿਰਦੇ ਆ, ਖਾਸ ਤੌਰ ਤੇ ਸਿੱਖ ਵਿਦਵਾਨ ਕਹਾਉਂਦੇ ਆਪਣੇ ਆਪ ਨੂੰ, ਜਿਨ੍ਹਾਂ ਨੂੰ ਮੇਵਾ ਸਿੰਘ ਤੋਂ ਬੜੀ ਅਲਰਜੀ ਆ। ਮੇਵਾ ਸਿੰਘ ਦੇ ਐਕਸ਼ਨ ਦੇ ਬਾਰੇ ਕਹਿਣਗੇ ਜੀ ਉਹ ਨਹੀਂ ਸੀ ਹੋਣਾ ਚਾਹੀਦਾ, ਅਸੀਂ ਉਹਦੇ ਖਿਲਾਫ ਆ। ਉਹ ਬੜਾ ਮੂੰਹ ਪਾੜ ਕੇ ਕਹਿੰਦੇ ਸ਼ਰੇਆਮ, ਬੇਸ਼ਰਮਾ ਵਾਂਗੂ, ਅਗਿਆਨੀ ਕਿਸਮ ਦੀ ਸੋਚ, ਅਗਿਆਨੀ ਕਿਸਮ ਦੀ ਸੋਚ। ਉਹ ਕਹਾਉਂਦੇ ਆਪਣੇ ਨੂੰ ਗਿਆਨੀ ਨੇ, ਹੈ ਉਹ ਗਿਆਨੀ ਨੇ। ਸੋ ਉਹਨਾਂ ਦਾ ਕੰਮ ਹੀ ਇਹੀ ਹੈ ਕਿ ਵੀ ਮੇਵਾ ਸਿੰਘ ਦੀ ਭੰਡੀ ਕਰੋ, ਉਸ ਵਿੱਚ ਆਪਣਾ ਤੋਰੀ ਫੁਲਕਾ ਚਲਾਓ, ਜਿਨ੍ਹਾਂ ਦੀ ਬਦੌਲਤ ਅਸੀਂ ਬੈਠੇ ਹਾਂ ਇੱਥੇ। ਦੇਖੋ, ਜਿਨ੍ਹਾਂ ਦੀ ਬਦੌਲਤ ਅੱਜ TV ਸਟੇਸ਼ਨ ਦਾ ਇਹ ਪ੍ਰੋਗਰਾਮ ਚੱਲ ਰਿਹਾ। ਬਿਲਕੁਲ। ਪੰਜਾਬੀ ਬੋਲੀ ਦਾ ਇੰਨਾ ਮਾਣ ਧਨ ਵਧਿਆ ਹੋਇਆ, ਸਾਡੇ MP MLA ਬੈਠੇ ਨੇ, ਤੁਰੇ ਫਿਰਦੇ ਨੇ ਹਿੱਕਾਂ ਕੱਢ ਕੇ, ਉਹਦੇ ਕਰਕੇ ਆ ਜੀ। ਸੋ ਉਹਨਾਂ ਦੀ ਕੁਰਬਾਨੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਅੱਜ ਵੀ। ਇਹੋ ਜਿਹੀ ਕਿਰਤ ਘਣਤਾ ਸਾਡੇ ਸਮਾਜ ਜਿਹੜੀ ਹੈ ਪਸਰੀ ਹੋਈ ਹੈ। ਇਹੋ ਜਿਹੇ ਜਿਹੜੀਆਂ ਕਾਲੀਆਂ ਭੇਡਾਂ, ਉਹਨਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਇਹੋ ਜਿਹੇ ਲੋਕਾਂ ਨੂੰ ਜਿਹੜੀਆਂ ਲੋਕਾਂ ਦੇ ਸਾਹਮਣੇ ਜ਼ਾਹਰ ਕਰਨਾ ਚਾਹੀਦਾ ਹੈ ਕਿ ਮੇਵਾ ਸਿੰਘ ਵਰਗਿਆਂ ਤੇ ਵੀ ਇਸ ਤਰ੍ਹਾਂ ਦੇ ਸਵਾਲ ਚੁੱਕਣੇ। ਅਹਿਸਾਨ ਫਰਾਮੋਸ਼ ਗੱਦਾਰ ਕਿਸਮ ਦੇ ਲੋਕ ਨੇ। ਉਹ ਅਸਲ ਦੇ ਵਿੱਚ ਉਹੀ ਨਸਲ ਨੇ ਜਿਹੜਾ ਬੇਲਾ ਜਿਆਨ ਸੀ, ਬੇਲੇ ਜਿਆਨ ਦੀ ਸੋਚ ਦੇ ਮਾਲਕ ਨੇ। ਤੇ ਉਹ ਕਦੇ ਬੇਲਾ ਜਿਆਨ ਜਿਹੜਾ ਹੈ ਉਸ ਦੇ ਹੌਪਕਿੰਸਨ ਦੇ ਵਾਰਸਾਂ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ। ਸੋ ਇਹਨਾਂ ਦੇ ਵਾਰਸਾਂ ਦੇ ਵਿੱਚੋਂ ਇਹ ਅਗਿਆਨੀ ਕਿਸਮ ਦੇ ਵੀ ਲੋਕ ਨੇ। ਇਹ ਭੰਡੀ ਪ੍ਰਚਾਰ ਜਿਹੜੇ ਮੇਵਾ ਸਿੰਘ ਵਰਗਿਆਂ ਤੇ ਕਰ ਸਕਦੇ ਨੇ, ਜਾਂ ਊਧਮ ਸਿੰਘ ਵਰਗਿਆਂ ਤੇ ਜਿਨ੍ਹਾਂ ਦੀ ਗੱਲ ਕੀਤੀ ਹੈ। ਪਰ ਸ਼ਹੀਦ ਊਧਮ ਸਿੰਘ ਦੇ ਇੱਕ ਘਟਨਾਕ੍ਰਮ ਦੀ ਗੱਲ ਕਰਕੇ ਫਿਰ ਅਸੀਂ ਅੰਤਮ ਪੜਾਅ ਤੇ ਆਵਾਂਗੇ। ਉਹ ਇਹ ਸੀ ਕਿ ਉਸ ਤੋਂ ਪਹਿਲਾਂ ਕਿ ਉਹ ਜਦੋਂ ਐਕਸ਼ਨ ਉਹਨਾਂ ਨੇ ਕੀਤਾ ਕਿ ਗੁਰਦੁਆਰਾ ਸਾਹਿਬ ਗਏ, ਉਹ ਬਾਅਦ ਦੇ ਵਿੱਚ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਨੇ ਜਾ ਕੇ ਉਹਨਾਂ ਦੀ ਜ਼ਮਾਨਤ ਵਾਸਤੇ ਵੀ, ਜਾਂ ਉਹਨਾਂ ਦੇ ਕੇਸ ਵਾਸਤੇ ਵੀ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕੇਸ ਲੜਨ ਲਈ ਫੀਸ ਜਿਹੜੀ ਸੀ ਵਕੀਲਾਂ ਦੇ ਵਾਸਤੇ ਵੀ ਪੈਸੇ ਇਕੱਠੇ ਕੀਤੇ। ਉਹਨੇ ਕਿਹਾ ਕਿ ਉਹ ਪਹਿਲਾਂ ਹੀ ਧਾਰ ਕੇ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਸਾਡੇ ਨਾਲ ਜਿਵੇਂ ਬੈਠਾ, ਵਿਚਾਰਾਂ ਕੀਤੀਆਂ, ਤੇ ਇਉਂ ਲੱਗਦਾ ਸੀ ਕਿ ਕੁਝ ਵੱਖਰਾ ਹੋਣ ਵਾਲਾ, ਪਰ ਅਸੀਂ ਅੰਦਾਜ਼ਾ ਨਹੀਂ ਸੀ ਲਾ ਸਕੇ। ਪਰ ਇਹ ਸੰਕੇਤ ਉਹਨਾਂ ਨੇ ਦੇ ਦਿੱਤਾ ਸੀ ਊਧਮ ਸਿੰਘ ਨੇ। ਤੇ ਉਸ ਤੋਂ ਬਾਅਦ ਵੀ ਜਦੋਂ ਉਹਨੇ ਮੰਗਾਇਆ ਕੁਝ ਵੀ, ਉਹ ਬਕਾਇਦਾ ਉਹ ਸੇਧ ਜਿਹੜੀ ਕਿ ਅਸੀਂ ਕਹਿੰਦੇ ਹਾਂ ਕਿ ਗੁਰਬਾਣੀ ਦੀ ਬਚਪਨ ਤੋਂ ਲੈ ਕੇ ਜੀਵਨ ਦੇ ਵਿੱਚ ਜਿਹੜਾ ਰਸਿਆ ਹੋਇਆ ਸੀ ਰੰਗ, ਉਹ ਜ਼ੁਲਮ ਦੇ ਖਿਲਾਫ ਲੜਨ ਵਾਲਾ ਵੀ, ਤੇ ਨਾਲ ਨੈਤਿਕਤਾ ਦਾ ਸਬਕ ਵੀ ਜਿਹੜਾ ਸੀ ਉਹ ਊਧਮ ਸਿੰਘ ਕੋਲ ਸੀ, ਉਸ ਨੂੰ ਅਪਣਾਇਆ ਉਸਨੇ। ਗੁਰਦੁਆਰਾ ਸਾਹਿਬ ਦੇ ਉਹ ਸੇਵਾਦਾਰਾਂ ਨੇ ਉਹਨਾਂ ਦਾ ਕੇਸ ਲੜਿਆ, ਪੈਸੇ ਇਕੱਠੇ ਕਰਕੇ ਉਸ ਦੇ ਵਾਸਤੇ ਆਵਾਜ਼ ਵੀ ਉਠਾਈ, ਪਰ ਊਧਮ ਸਿੰਘ ਨੇ ਤੈਅ ਕੀਤਾ ਹੋਇਆ ਸੀ ਕਿ ਜੋ ਮੈਂ ਕਹਿਣਾ ਉਹ ਬਿਆਨ ਕਰਨਾ। ਇਹ ਸਾਰੇ ਦੇ ਬਾਵਜੂਦ ਮੈਂ ਸਮਝਦਾ ਕਿ ਜਿਨ੍ਹਾਂ ਦੇ ਉੱਪਰ ਇਹ ਅੱਜ ਕੱਲ੍ਹ ਦੇ ਅਖੌਤੀ ਜਿਹੜੇ ਅਗਾਂਹਵਧੂ ਨੇ, ਕਹਿੰਦੇ ਇਹ ਤਾਂ ਗੁਰਦੁਆਰੇ ਨੇ, ਆਹ ਲੋਕ ਆ ਜਿਹੜੇ ਇਹ ਤਾਂ ਧਾਰਮਿਕ ਨੇ, ਇਹ ਤਾਂ ਫਿਰਕੂ ਨੇ, ਇਹ ਤਾਂ ਅਦਾਰੇ ਨੇ, ਇਹਨਾਂ ਅਦਾਰਿਆਂ ਤੋਂ ਕੋਈ ਲੈਣਾ ਦੇਣਾ ਨਹੀਂ। ਉਹ ਕੇਸ ਲੜ ਰਹੇ ਨੇ, ਜਿਹੜੇ ਆਪਣੇ ਆਪ ਨੂੰ ਨੈਸ਼ਨਲਿਸਟ ਕਹਿ ਰਹੇ ਨੇ, ਉਹ ਊਧਮ ਸਿੰਘ ਦਾ ਵਿਰੋਧ ਕਰ ਰਹੇ ਨੇ। ਉਹਦੀਆਂ ਮਿਸਾਲਾਂ ਸਾਡੇ ਕੋਲ ਅੱਜ ਦੇ ਸਮੇਂ 'ਚ ਵੀ ਪਈਆਂ ਹੋਈਆਂ। ਜਦੋਂ ਲੈਂਬਰ ਸਿੰਘ ਨੂੰ ਇੱਥੇ ਸਾਂਭਿਆ ਗਿਆ, ਕਿਹਨਾਂ ਨੇ ਸਾਂਭਿਆ? ਲੈਂਬਰ ਸਿੰਘ ਜਿਹੜਾ ਇੱਥੇ ਆਇਆ, ਰਿਫਿਊਜੀ, ਉਸ ਦਾ ਕੇਸ ਜਿਹੜਾ ਸਰਕਾਰ ਨੇ ਰਿਜੈਕਟ ਕਰ ਦਿੱਤਾ, ਇੱਥੇ ਆ ਕੇ ਪਾਜ ਹੋ ਗਿਆ, ਉਸ ਤੋਂ ਸਾਂਭਿਆ ਕਿਹਨਾਂ ਨੇ? ਉਹਨਾਂ ਨੇ ਸਾਂਭਿਆ ਜਿਹਨਾਂ ਨੂੰ ਗਰਮ ਖਿਆਲੀ ਕਿਹਾ ਜਾਂਦਾ, ਤੇ ਜਿਹੜੇ ਆਪਣੇ ਨੂੰ ਬਹੁਤ ਮੋਡਰੇਟ ਕਹਾਉਂਦੇ ਨੇ, ਉਹ ਤਾਂ ਉਸ ਨੂੰ ਸਰਕਾਰ ਨੂੰ ਦੇਣ ਤੇ ਉਤਾਰੂ ਸੀਗੇ ਜੀ। ਸੋ ਉਹ ਕਿੰਨਾ ਕੁ ਗਦਰੀਆਂ ਦੇ ਜਿਹੜਾ ਨਿਸ਼ਾਨ ਰਸਤੇ 'ਤੇ ਚੱਲ ਰਹੇ ਆ ਲੋਕ। ਇਹਨਾਂ ਨੂੰ ਇਹ ਵੀ ਦੱਸਣਾ ਪਊਗਾ, ਗਦਰ ਪਾਰਟੀ ਨਾਲ ਜੁੜੇ ਹੋਏ ਲੋਕਾਂ ਨੇ ਸਟਾਕਟਨ ਗੁਰਦੁਆਰਾ ਸਥਾਪਿਤ ਕੀਤਾ, ਖਾਲਸਾ ਦੀਵਾਨ ਸੁਸਾਇਟੀ ਦਾ ਬੂਟਾ ਲਾਇਆ ਜੀ, ਮੇਵਾ ਸਿੰਘ ਵੀ ਉਹਨਾਂ ਵਿੱਚ ਸ਼ਾਮਲ ਸੀ ਜੀ। ਸੋ ਇਸ ਕਰਕੇ ਇਹ ਜਿਹੜੀਆਂ ਕੱਚੀਆਂ ਗੱਲਾਂ ਦਾ ਕੋਈ ਮਤਲਬ ਨਹੀਂਗਾ। ਵੈਸੇ ਤੁਸੀਂ ਇੱਕ ਚੰਗੀ ਗੱਲ ਇਹ ਕੀਤੀ ਕਿ 84 ਦੇ ਦੁਕਾਨ ਦਾ ਜ਼ਿਕਰ ਕੀਤਾ ਚਲਦਿਆਂ ਚਲਦਿਆਂ। ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੂੰਗਾ।
ਜਿਹੜੀ ਅਜੋਕੇ ਸਮੇਂ ਨਾਲ ਜੇ ਜੋੜ ਕੇ ਵੇਖਣਾ ਹੋਵੇ ਊਧਮ ਸਿੰਘ ਦੀ ਕੁਰਬਾਨੀ ਨੂੰ ਸਮਝਣ 'ਚ ਸ਼ਾਇਦ ਸਹਾਈ ਸਿੱਧ ਹੋਵੇ। ਕਰਮਜੀਤ ਸਿੰਘ ਵੀ ਸੁਨਾਮ ਇਲਾਕੇ ਤੋਂ ਹੈ ਜੀ, ਜਿਸ ਨੇ ਰਾਜੀਵ ਗਾਂਧੀ ਤੇ ਹਮਲਾ ਕੀਤਾ ਸੀ ਜੀ। ਰਾਜੀਵ ਗਾਂਧੀ ਬਚ ਗਿਆ ਸੀ 84 ਦੇ ਦੁਖਾਂਤ ਦੇ ਵਿਰੋਧ ਵਿੱਚ। ਸੋ ਉਹ ਵੀ ਕਈ ਸਾਲ ਜੇਲ੍ਹ 'ਚ ਸੜਦਾ ਰਿਹਾ। ਸੋ ਮੇਰਾ ਮਤਲਬ ਕਹਿੰਦਾ ਕਿ ਗੱਲ ਦੀ ਸੂਚਕ ਹੈ ਕਿ ਉਹ ਲੜਾਈ ਅਜੇ ਮੁੱਕੀ ਨਹੀਂ ਹੈ, ਉਹ ਜ਼ੁਲਮੋ ਸਤਮ ਅਜੇ ਵੀ ਜਾਰੀ ਹੈ, ਸਗੋਂ ਉਸ ਤੋਂ ਭਿਆਨਕ ਰੂਪ ਵਿੱਚ ਵੱਧ ਰਿਹਾ। ਉਸ ਦੇ ਖਿਲਾਫ ਖੜਨ ਦੀ ਲੋੜ ਹੈ। ਤੁਸੀਂ ਉਸ ਨਾਮ ਦੀ ਗੱਲ ਕੀਤੀ ਹੈ, ਸਾਰਿਆਂ ਦਾ ਸਾਂਝਾ ਸ਼ਹੀਦ, ਪਰ ਉਸ ਧਰਤੀ ਨੂੰ ਸਲਾਮ ਹੈ ਜਿੱਥੋਂ ਜਨਮ ਹੋਇਆ। ਬਹੁਤ ਸ਼ੁਕਰੀਆ ਤੁਹਾਡਾ ਗੁਰਪ੍ਰੀਤ ਸਿੰਘ ਜੀ, ਹਾਰਦਿਕ ਧੰਨਵਾਦ। ਅਖੀਰ ਦੇ ਵਿੱਚ ਜੋ ਸ਼ਹੀਦ ਊਧਮ ਸਿੰਘ ਦੀ ਗੱਲ ਜੇਕਰ ਅਸੀਂ ਸਮੁੱਚੇ ਤੌਰ ਤੇ ਕਰੀਏ ਤਾਂ ਉਸ ਯੋਧੇ ਨੂੰ ਪ੍ਰਣਾਮ ਹੈ ਜਿਸ ਨੇ ਕਿ ਕੌਮ ਦੀ ਡਿੱਗੀ ਦਸਤਾਰ ਸਿਰ ਤੇ ਟਿਕਾਈ ਹੈ। ਸਿਰਫ ਇੱਕ ਐਕਸ਼ਨ ਨਾਲ ਨਹੀਂ, ਉਸ ਦੀ ਨਿਰੰਤਰਤਾ ਦੇ ਰੂਪ ਦੇ ਵਿੱਚ ਇੱਕ ਵਾਰ ਨਹੀਂ ਕਈ ਵਾਰ ਵਿਦੇਸ਼ਾਂ ਦੀ ਧਰਤੀ ਤੇ ਗਿਆ ਤੇ ਗਦਰ ਲਹਿਰ ਤੋਂ ਜਿਹੜੀ ਸੇਧ ਲਈ ਕਦਮ ਦਰ ਕਦਮ, ਉਹ ਇਸ ਦੀ ਮਿਸਾਲ ਹੈ। ਊਧਮ ਸਿੰਘ ਨਾਲ ਇਨਸਾਫ ਨਹੀਂ ਹੋਇਆ, ਨਾ ਇਤਿਹਾਸਕਾਰਾਂ ਨੇ ਕੀਤਾ, ਨਾ ਲੋਕਾਂ ਨੇ ਕੀਤਾ, ਸਰਕਾਰਾਂ ਨੇ ਤਾਂ ਕਰਨਾ ਹੀ ਕੀ ਸੀ। ਇੱਕੋ ਹੀ ਢੰਗ ਹੈ ਕਿ ਉਸ ਦੀ ਪ੍ਰਸੰਗਿਕਤਾ ਕਿ ਅੱਜ ਜਿਹੜਾ ਜ਼ੁਲਮ ਦੇਸ਼ ਦੇ ਵਿੱਚ ਹੋ ਰਿਹਾ ਹੈ ਉਸ ਨੂੰ ਪਛਾਣੀਏ। ਊਧਮ ਸਿੰਘ ਦੀ ਇਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਦੇਸ਼ ਨੂੰ ਆਜ਼ਾਦੀ ਮਿਲੀ, ਪਰ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ ਅੱਜ ਹੋ ਰਹੀਆਂ ਨੇ। ਸੋ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸਜਦਾ, ਤੇ ਨਾਲ ਇਹ ਹੈ ਕਿ ਅੱਜ ਜਿਹੜੇ ਉਹਨਾਂ ਦਾ ਖੱਟਿਆ ਖਾ ਰਹੇ ਨੇ ਉਹਨਾਂ ਨੂੰ ਸਵਾਲ ਕਰਨਾ ਸਾਡਾ ਫਰਜ਼ ਹੈ। ਯਾਰਾਂ ਚੋਂ ਦੁਸ਼ਮਣਾਂ ਦੀ ਮਹਿਫਿਲ ਪਛਾਣੀਏ, ਅੱਜ ਕੌਣ ਹੈ ਸਾਡੇ ਮੁਕਾਬਲ ਪਛਾਣੀਏ, ਸਦਰਾਂ ਸਾਡੀਆਂ ਨੂੰ ਕਤਲ ਕੌਣ ਕਰ ਰਿਹਾ ਹੈ, ਹਰ ਭੇਸ ਵਿੱਚ ਛੁਪੇ ਹੋਏ ਕਾਤਲ ਪਛਾਣੀਏ, ਹਰ ਭੇਸ ਵਿੱਚ ਛੁਪੇ ਹੋਏ ਕਾਤਲ ਪਛਾਣੀਏ। ਬਹੁਤ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।